Hello everyone, welcome to Victor's Knowledge. This is Chinu Sharma, and today in this lecture we are going to take up a very important topic ਜਿਹੜਾ ਹਰ ਐਗਜ਼ਾਮ ਦੇ ਲਈ ਬਹੁਤ ਜ਼ਰੂਰੀ ਹੈ ਤੇ ਜਿੰਨੇ ਵੀ ਆਉਣ ਵਾਲੇ ਐਗਜ਼ਾਮ ਨੇ ਫੈਬਰੂਰੀ, ਮਾਰਚ, ਅਪ੍ਰੈਲ ਦੇ ਵਿੱਚ ਜਾਂ ਫਿਰ ਅਪਕਮਿੰਗ ਜੋ ਵੀ ਐਗਜ਼ਾਮਸ ਹੋਣੇ ਨੇ ਇਸ ਸਾਲ ਹਰ ਐਗਜ਼ਾਮ ਦੇ ਵਿੱਚ 3 ਤੋਂ 4 ਨੰਬਰ ਤੁਹਾਡੇ ਇਸੇ ਟੌਪਿਕ ਦੇ ਵਿੱਚ ਆਉਣੇ ਨੇ ਇਕਨੋਮਿਕ ਸਰਵੇ ਹੋ ਗਿਆ ਲੇਟੈਸਟ ਜਾਂ ਫਿਰ ਬਜਟ ਹੋ ਗਿਆ ਸੋ ਅੱਜ ਦੇ ਇਸ ਲੈਕਚਰ ਦੇ ਅੰਦਰ ਆਪਾਂ ਲੇਟੈਸਟ 2021-22 ਦਾ ਇਕਨੋਮਿਕ ਸਰਵੇ ਪੂਰੀ ਡੀਟੇਲ ਵਿੱਚ ਦੇਖਾਂਗੇ So before moving towards our important topic, I want to share something important with you guys. So I have specifically prepared important notes for GS for the examination of Naib Tehsildar and also for cooperative inspector exam. ਤੇ ਨਾਲ ਹੀ 5 complete mock test ਨੇ ਜਿਨ੍ਹਾਂ ਦੇ ਅੰਦਰ ਜਿਹੜਾ ਰੀਜ਼ਨਿੰਗ ਮੈਂਟਲ ਐਬਿਲਿਟੀ ਵਾਲਾ ਪਾਰਟ ਹੈ ਉਹਦੇ ਸਾਰੇ ਤੁਹਾਨੂੰ ਸੋਲੂਸ਼ਨਸ ਵੀ ਮਿਲਣਗੇ ਸੋ ਜੇ ਤੁਸੀਂ ਇਕੱਲੇ ਨੋਟਸ ਬਾਏ ਕਰਨੇ ਨੇ ਜਾਂ ਫਿਰ mock test or you want to buy both then you can send email on legalvictor02896@gmail.com and also ਅਲੱਗ ਤੋਂ ਇੱਕ crash course ਜਿਹਦੇ ਅੰਦਰ recorded video lectures available ਨੇ that is also there so ਜੇ ਤੁਹਾਨੂੰ ਪੂਰੇ ਕੋਰਸ ਲੈਣਾ ਹੈ ਜਾਂ ਫਿਰ ਕੱਲੇ ਨੋਟਸ ਟੈਸਟ ਕਿਸੇ ਵੀ ਚੀਜ਼ ਦੇ ਨਾਲ ਰਿਲੇਟਡ ਕੋਈ ਕੁਇਰੀ ਹੈ ਤੁਸੀਂ ਕੋਈ ਡੀਟੇਲ ਜਾਣਨਾ ਚਾਹੁੰਦੇ ਹੋ ਕੋਈ ਕੰਟੈਂਟਸ ਦੇ ਨਾਲ ਤੁਸੀਂ ਡੀਟੇਲ ਜਾਣਨਾ ਚਾਹੁੰਦੇ ਹੋ or you want to avail sample of these notes then you can send email on this mentioned address. So now starting with our today's important topic economic survey. ਸਭ ਤੋਂ ਪਹਿਲਾਂ ਜਦੋਂ ਆਪਾਂ economic survey ਇਹ word ਸੁਣਦੇ ਹਾਂ ਆਪਣੇ ਦਿਮਾਗ ਚ ਆਉਂਦਾ ਕਿ ਇਹ economic survey ਹੈ ਕੀ what is an economic survey ਸੋ economic survey ਇੱਕ ਸਰਕਾਰ ਦੀ ਇੱਕ ਦੇਸ਼ ਦੀ ਆਰਥਿਕ ਹਾਲਤ ਦੀ economic ਦਾ annual report card ਹੈ ਜਿਵੇਂ ਆਪਾਂ ਪੇਪਰ ਦਿੰਦੇ ਆ ਪੂਰਾ ਸਾਲ ਪੜ੍ਹਦੇ ਆ ਤਾਂ ਐਂਡ ਤੇ ਆਪਣਾ ਰਿਜ਼ਲਟ ਆਉਂਦਾ ਉਸੇ ਤਰ੍ਹਾਂ ਇਹ ਜੋ ਇੱਕ ਸਾਲ ਲੰਘ ਚੁੱਕਿਆ ਉਹਦਾ ਆਪਣੇ ਸਾਹਮਣੇ ਰਿਜ਼ਲਟ ਹੈ ਇਹ 'ਚ ਐਗਜ਼ਾਮਿਨ ਕੀਤਾ ਜਾਂਦਾ ਹੈ ਹਰ ਸੈਕਟਰ ਕਿ ਉਹਨੇ ਕਿਸ ਤਰੀਕੇ ਦੀ ਪਰਫਾਰਮੈਂਸ ਕੀਤੀ ਫਿਊਚਰ ਦੇ ਵਿੱਚ ਨਾਲ ਪਰਫਾਰਮੈਂਸ ਨੂੰ ਦੇਖਦੇ ਹੋਏ ਸੁਜੈਸਟ ਕੀਤਾ ਜਾਂਦਾ ਹੈ ਕਿ ਕੀ ਤਬਦੀਲੀਆਂ ਲੈ ਕੇ ਆਉਣ ਦੀ ਜ਼ਰੂਰਤ ਹੈ ਸੋ ਸੇਮ ਜਿਵੇਂ ਆਪਣਾ ਰਿਜ਼ਲਟ ਆਉਂਦਾ ਉਸੇ ਤਰ੍ਹਾਂ ਜੋ ਇੱਕ ਸਾਲ ਦੀ ਆਰਥਿਕ ਹਾਲਤ ਦਾ ਸਰਕਾਰ ਦੀ ਨੀਤੀਆਂ ਦੇ ਆਧਾਰ ਉੱਤੇ ਰਿਜ਼ਲਟ ਆਉਂਦਾ ਹੈ ਉਹਨੂੰ ਆਪਾਂ ਕਹਿੰਦੇ ਆ ਆਰਥਿਕ ਸਰਵੇਖਣ ਜਾਂ ਫਿਰ ਇਕਨੋਮਿਕ ਸਰਵੇ ਸੋ ਹੁਣ ਆਪਾਂ ਇਹਦੀ ਸਿੰਪਲ ਲੈਂਗੁਏਜ ਦੇ ਵਿੱਚ ਇੰਗਲਿਸ਼ ਦੇ ਵਿੱਚ ਮੀਨਿੰਗ ਵੀ ਪੜ੍ਹ ਲੈਂਦੇ ਆ The economic survey is an annual report card of the economy which examines the performance of each and every sector, then suggest future move released by Ministry of Finance. ਹੁਣ ਇਕਨੋਮਿਕ ਸਰਵੇ ਆਪਾਂ ਨੂੰ ਸਮਝ ਆ ਗਿਆ ਇਹਨੂੰ ਤਿਆਰ ਕੌਣ ਕਰਦਾ ਹੈ ਸੋ ਜੋ ਇਕਨੋਮਿਕ ਡਿਵੀਜ਼ਨ ਹੈ ਇੰਡੀਆ ਦੇ ਇਕਨੋਮਿਕ ਅਫੇਅਰ ਡਿਪਾਰਟਮੈਂਟ ਦੀ ਉਹਦੇ ਦੁਆਰਾ ਤਿਆਰ ਕੀਤਾ ਜਾਂਦਾ ਕਿਹਦੀ ਗਾਈਡੈਂਸ ਦੇ ਅੰਦਰ ਚੀਫ ਇਕਨੋਮਿਕ ਐਡਵਾਈਜ਼ਰ ਦੀ ਗਾਈਡੈਂਸ ਦੇ ਅੰਦਰ ਸੋ ਕਾਫੀ ਸਮੇਂ ਤੋਂ ਜਿਹੜੀ ਚੀਫ ਇਕਨੋਮਿਕ ਐਡਵਾਈਜ਼ਰ ਦੀ ਪੋਜੀਸ਼ਨ ਸੀ ਉਹ ਖਾਲੀ ਸੀ ਪਰ ਰੀਸੈਂਟਲੀ ਇੱਕ ਨਵੇਂ ਅਪਾਇੰਟ ਕੀਤੇ ਗਏ ਨੇ ਜਿਨ੍ਹਾਂ ਦਾ ਨਾਮ ਹੈ ਡਾਕਟਰ ਵੀ ਅਨੰਥਾ ਨਾਗੇਸ਼ਵਰਨ ਸੋ ਜੋ ਤੁਹਾਨੂੰ ਪਿੱਛੇ ਬੈਕਗ੍ਰਾਉਂਡ ਵਿੱਚ ਪਿਕਚਰ ਦੇਖ ਰਹੀ ਹੈ ਇਹ ਆਪਣੇ ਨਵੇਂ ਚੀਫ ਇਕਨੋਮਿਕ ਐਡਵਾਈਜ਼ਰ ਦੀ ਪਿਕਚਰ ਹੈ ਹੁਣ ਆਪਾਂ ਨੂੰ ਇਹ ਸਮਝ ਆ ਗਿਆ ਕਿ ਇਹਦਾ ਮੀਨਿੰਗ ਕੀ ਹੈ ਇਹਨੂੰ ਤਿਆਰ ਕੌਣ ਕਰਦਾ ਇਹਨੂੰ ਲੋਕਾਂ ਦੇ ਅੱਗੇ ਪਾਰਲੀਮੈਂਟ ਦੇ ਅੱਗੇ ਰੱਖਦਾ ਕੌਣ ਹੈ ਹੂ ਟੇਬਲ ਦ ਇਕਨੋਮਿਕ ਸਰਵੇ ਸੋ 2022 ਦਾ ਜਿਹੜਾ ਇਕਨੋਮਿਕ ਸਰਵੇ ਹੈ ਉਹ ਆਪਣੇ ਇੰਡੀਆ ਦੇ ਫਾਈਨੈਂਸ ਮਿਨਿਸਟਰ ਨਿਰਮਲਾ ਸੀਤਾਰਮਨ ਜੀ ਦੇ ਦੁਆਰਾ ਟੇਬਲ ਕੀਤਾ ਗਿਆ ਕਿਸ ਡੇਟ ਨੂੰ 31 ਜਨਵਰੀ ਇਸ ਡੇਟ ਤੋਂ ਇੱਕ ਦਿਨ ਪਹਿਲਾਂ ਕੀ ਹੁੰਦਾ ਜਿਸ ਦਿਨ ਇਕਨੋਮਿਕ ਸਰਵੇ ਪੇਸ਼ ਕੀਤਾ ਜਾਂਦਾ ਉਸ ਤੋਂ ਇੱਕ ਦਿਨ ਪਹਿਲਾਂ ਜਿਹੜਾ ਬਜਟ ਸੈਸ਼ਨ ਹੁੰਦਾ ਉਹਨੂੰ ਐਡਰੈਸ ਕਰਦੇ ਨੇ ਦੋਨੋਂ ਪਾਰਲੀਮੈਂਟ ਦੇ ਹਾਊਸਿਸ ਨੂੰ ਐਡਰੈਸ ਕਰਦੇ ਨੇ ਦੇਸ਼ ਦੇ ਰਾਸ਼ਟਰਪਤੀ so what happens a day before president's address to both houses of parliament ਹੁਣ ਇਸ ਦਿਨ ਤੋਂ ਬਾਅਦ ਕੀ ਹੁੰਦਾ what happens a day after economic survey is presented economic survey present ਕਰਨ ਤੋਂ ਬਾਅਦ ਵਿੱਚ ਇਹਦੂ ਅਗਲੇ ਦਿਨ almost ਜਿਹੜਾ ਦੇਸ਼ ਦਾ ਬਜਟ ਹੈ ਯੂਨੀਅਨ ਬਜਟ ਹੈ ਉਹ ਪ੍ਰੈਜ਼ੈਂਟ ਕੀਤਾ ਜਾਂਦਾ ਹੈ so the survey presented a day before union budget details the state of economy reform that should be undertaken to accelerate growth so economic survey ਨੂੰ ਲੈ ਕੇ ਇਹਦਾ meaning
ਇਹਦੇ ਨਾਲ ਜੋ ਇੰਪੋਰਟੈਂਟ ਬੇਸਿਕ ਡਿਟੇਲਸ ਐਗਜ਼ਾਮੀਨੇਸ਼ਨ ਪੁਆਇੰਟ ਆਫ View ਤੋਂ ਇੰਪੋਰਟੈਂਟ ਨੇ, ਆਈ ਹੋਪ ਉਹ ਤੁਹਾਨੂੰ ਹੁਣ ਕਲੀਅਰ ਹੋ ਗਈਆਂ ਹੋਣਗੀਆਂ। ਸੋ ਹੁਣ ਨੈਕਸਟ ਇੰਪੋਰਟੈਂਟ ਚੀਜ਼ ਆਉਂਦੀ ਹੈ, ਇਸ ਸਾਲ ਦੇ ਇਕਨੋਮਿਕ ਸਰਵੇ ਦਾ ਥੀਮ ਕੀ ਸੀ, ਮੇਨ ਕਿਹੜੀ ਚੀਜ਼ ਨੂੰ ਫੋਕਸ ਕਰਦੇ ਹੋਏ, ਕਿਹੜੀ ਚੀਜ਼ ਨੂੰ ਦਿਮਾਗ 'ਚ ਰੱਖਦੇ ਹੋਏ ਇਹ ਸਰਵੇ ਤਿਆਰ ਕੀਤਾ ਗਿਆ। ਇਸ ਸਾਲ ਦਾ ਥੀਮ ਸੀ ਅਜਾਈਲ ਅਪਰੋਚ। ਅਜਾਈਲ ਅਪਰੋਚ ਦਾ ਮਤਲਬ ਹੈ ਕਿ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਐਕਸਟ੍ਰੀਮ ਅਨਸਰਟੇਨਟੀ ਸਿਚੁਏਸ਼ਨ ਆ ਸਕਦੀ ਹੈ, ਇਹੋ ਜਿਹੀ ਸਿਚੁਏਸ਼ਨ ਆ ਸਕਦੀ ਹੈ ਜਿਹਦੇ ਅਨੁਸਾਰ ਤੁਹਾਡੀਆਂ ਨੀਤੀਆਂ ਨਾ ਤਿਆਰ ਹੋਣ, ਜਿਹੜੀ ਤੁਹਾਡੀ ਪਾਲਿਸੀ ਮੇਕਿੰਗ ਹੈ ਉਹਨੂੰ ਇਸ ਤਰ੍ਹਾਂ ਦੀ ਐਕਸਟ੍ਰੀਮ ਕੰਡੀਸ਼ਨ ਦਾ ਸਾਹਮਣਾ ਕਰਨਾ ਪੈ ਸਕਦਾ ਜਿਹਦੇ ਲਈ ਤੁਸੀਂ ਤਿਆਰ ਨਾ ਹੋਵੋ, ਪਰ ਸਰਕਾਰ ਨੂੰ ਆਪਣੀ ਜਿਹੜੀ ਕਲਾ ਹੈ, ਇੱਕ ਸਾਇੰਸ ਹੈ ਪਾਲਿਸੀ ਮੇਕਿੰਗ ਦੀ, ਉਹਨੂੰ ਇੰਨੀ ਜ਼ਿਆਦਾ ਸਟਰੋਂਗ ਰੱਖਣਾ ਪਊਗਾ ਕਿ ਦੇਸ਼ ਵਿੱਚ ਜਿਹੋ ਜਿਹੀ ਮਰਜ਼ੀ ਹਾਲਾਤ ਹੋਣ, ਜਿਹੋ ਜਿਹੀ ਮਰਜ਼ੀ ਕੰਡੀਸ਼ਨ ਆ ਜਾਵੇ, ਜਿਹੜੀ ਦੇਸ਼ ਦੀ ਸਰਕਾਰ ਹੈ ਉਹ ਉਸ ਕੰਡੀਸ਼ਨ ਦੇ ਨਾਲ ਆਪਣੀ ਪਾਲਿਸੀਜ਼ ਨੂੰ, ਦੇਸ਼ ਦੀ ਇਕਨੋਮੀ ਨੂੰ ਲਾਸ ਦੇ ਵਿੱਚ ਨਾ ਜਾਣ ਦੇਵੇ, ਉਸ ਤਰੀਕੇ ਦੇ ਨਾਲ ਆਪਣੀ ਪਾਲਿਸੀਜ਼ ਨੂੰ ਟਾਈਮ ਨੂੰ ਦੇਖਦੇ ਹੋਏ ਨਾਲ ਦੀ ਨਾਲ ਉਹਦੇ ਵਿੱਚ ਢਾਲ ਲਵੇ। ਸੋ ਇਹ ਮੇਨ ਕਿਉਂ ਇਸ ਤਰੀਕੇ ਦਾ ਥੀਮ ਰੱਖਿਆ ਗਿਆ, ਕਿਉਂਕਿ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਜਿਹੜੀ ਕੋਵਿਡ ਦੀ ਸਿਚੁਏਸ਼ਨ ਆਈ ਸੀ ਉਹ ਇਸੇ ਤਰ੍ਹਾਂ ਦੀ ਅਨਸਰਟੇਨ ਸਿਚੁਏਸ਼ਨ ਆਈ ਸੀ, ਕਿਸੇ ਨੇ ਸੋਚਿਆ ਨਹੀਂ ਸੀ ਹੋਇਆ, ਸਰਕਾਰਾਂ ਨੇ ਉਹਦੇ ਨਾਲ ਇੱਕ ਜੂਝਣ ਦੇ ਲਈ, ਉਹਨੂੰ ਫੇਸ ਕਰਨ ਦੇ ਲਈ ਕੋਈ ਵੀ ਪਾਲਿਸੀ ਨਹੀਂ ਸੀ ਤਿਆਰ ਕੀਤੀ ਹੋਈ, ਪਰ ਫਿਰ ਵੀ ਕਿਤੇ ਨਾ ਕਿਤੇ ਜਿਹੜੀ ਲਾਸ ਵਿੱਚ ਇਕਨੋਮੀ ਗਈ ਉਹਨੂੰ ਹੌਲੀ ਹੌਲੀ ਹੁਣ ਸਰਕਾਰ ਰਿਕਵਰ ਕਰ ਰਹੀ ਹੈ। ਸੋ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਹੋਰ ਹੋਪ ਕੀਤੀ ਜਾ ਸਕਦੀ ਹੈ ਕਿ ਇੰਡੀਅਨ ਇਕਨੋਮੀ ਜ਼ਿਆਦਾ ਗਰੋ ਕਰੇ। ਸੋ ਜਿਹੜਾ ਸੈਂਟਰਲ ਥੀਮ ਹੈ ਆਫ ਦਿਸ ਈਅਰ ਇਕਨੋਮਿਕ ਸਰਵੇ ਇਜ਼ ਦ ਅਜਾਈਲ ਅਪਰੋਚ। ਤੁਹਾਨੂੰ ਹੁਣ ਇਹ ਸਮਝ ਆ ਗਿਆ ਹੋਊਗਾ ਕਿ ਇਹ ਵਰਡ ਅਜਾਈਲ ਮਤਲਬ ਕਿਉਂ ਰੱਖਿਆ ਗਿਆ। ਸੋ ਇਹਦਾ ਮਤਲਬ ਹੈ economic survey relates to art and science of policy making under condition of extreme uncertainty ਤੇ ਇਹਦੀ biggest example ਹੈ COVID-19 pandemic। ਸੋ COVID-19 ਕਰਕੇ ਹੀ ਇਸ ਤਰ੍ਹਾਂ ਦਾ ਥੀਮ ਰੱਖਿਆ ਗਿਆ। ਇੱਕ ਹੋਰ ਇੰਪੋਰਟੈਂਟ ਚੀਜ਼ ਜੋ ਇਕਨੋਮਿਕ ਸਰਵੇ ਦੇ ਨਾਲ ਰਿਲੇਟਡ ਜ਼ਰੂਰੀ ਹੈ ਉਹ ਇਹ ਹੈ ਕਿ ਸਭ ਤੋਂ ਪਹਿਲਾ ਇਕਨੋਮਿਕ ਸਰਵੇ ਭਾਰਤ ਦੇ ਵਿੱਚ ਕਦੋਂ ਪ੍ਰੈਜ਼ੈਂਟ ਕੀਤਾ ਗਿਆ ਸੀ। So the first economic survey in India was presented in the year 1950-51। 1964 ਤੱਕ ਜਿਹੜਾ ਯੂਨੀਅਨ ਬਜਟ ਹੈ ਉਹਦੇ ਨਾਲ ਹੀ ਇਕਨੋਮਿਕ ਸਰਵੇ ਨੂੰ ਪ੍ਰੈਜ਼ੈਂਟ ਕੀਤਾ ਜਾਂਦਾ ਸੀ, ਪਰ 1964 ਤੋਂ ਇਹਨੂੰ ਡੀਲਿੰਕ ਕਰਤਾ, ਹੁਣ ਇਕਨੋਮਿਕ ਸਰਵੇ ਪਹਿਲਾਂ ਆਉਂਦਾ, ਬਜਟ ਬਾਅਦ ਵਿੱਚ। ਸੋ ਇਹ ਤੁਸੀਂ ਦੇਖ ਸਕਦੇ ਹੋ ਪੂਰਾ ਸਨੈਪਸ਼ਾਟ ਹੈ ਭਾਰਤ ਦੀ ਇਕਨੋਮੀ ਦਾ, ਜਿਹਦੇ ਵਿੱਚ ਸਾਰੇ ਸੈਕਟਰਸ ਦੀ ਗੱਲ ਕੀਤੀ ਗਈ ਹੈ, ਜੀਡੀਪੀ ਗਰੋਥ, ਫਿਸਕਲ ਡੈਫਿਸਿਟ, ਦੈਨ ਇਨਫਲੇਸ਼ਨ, ਫੋਰਨ ਐਕਸਚੇਂਜ ਰਿਜ਼ਰਵ, ਇਹ ਸਾਰੇ ਜਿਹੜੇ ਏਰੀਆਜ਼ ਨੇ ਇਹਨਾਂ ਨੂੰ ਹੁਣ ਆਪਾਂ ਅੱਗੇ ਇਸ ਲੈਕਚਰ ਦੇ ਅੰਦਰ ਵਨ ਬਾਏ ਵਨ ਟੱਚ ਕਰਾਂਗੇ। ਤੇ ਇੱਕ ਹੋਰ ਇੰਪੋਰਟੈਂਟ ਚੀਜ਼ ਜਿਹੜਾ ਹੁਣ ਆਪਾਂ 75th ਈਅਰ ਆਫ ਇੰਡੀਪੈਂਡੈਂਸ ਇੱਕ ਥੀਮ ਲੈ ਕੇ ਚੱਲ ਰਹੇ ਹਾਂ, ਇਹਨੂੰ ਲੈ ਕੇ ਹੀ ਸਰਕਾਰ ਅਲੱਗ-ਅਲੱਗ ਸਕੀਮਸ ਵੀ ਕੱਢ ਰਹੀ ਹੈ। ਸੋ ਇਹ ਥੀਮ ਵੀ ਤੁਸੀਂ ਯਾਦ ਰੱਖਣਾ ਹੈ ਜਿਹੜਾ ਇਕਨੋਮਿਕ ਸਰਵੇ ਦੇ ਵਿੱਚ ਸਪੈਸ਼ਲੀ ਮੈਂਸ਼ਨ ਕੀਤਾ ਗਿਆ ਹੈ, ਆਜ਼ਾਦੀ ਕਾ ਅੰਮ੍ਰਿਤ ਮਹੋਤਸਵ। ਸੋ ਫਰਸਟ ਇਜ਼ ਸਟੇਟ ਆਫ ਇਕਨੋਮੀ। ਦੇਸ਼ ਦੀ ਆਰਥਿਕ ਹਾਲਤ ਕਿਸ ਤਰ੍ਹਾਂ ਦੀ ਹੈ, ਸਟੇਟ ਕੀ ਸੀ, ਜੀਡੀਪੀ ਗਰੋਥ ਕਿੰਨੀ ਹੋਈ। ਜੇ ਆਪਾਂ ਪਿਛਲੇ ਸਾਲ ਦੀ ਗੱਲ ਕਰੀਏ 2020-21 ਦੀ, ਤਾਂ ਉਦੋਂ ਜਿਹੜੀ ਇਕਨੋਮੀ ਸੀ ਉਹ ਆਪਣੇ ਕੰਟਰੈਕਟ ਹੋਈ ਸੀ, ਉਹ ਗਰੋ ਨਹੀਂ ਸੀ ਕੀਤੀ 7.3% ਦੇ ਨਾਲ, ਪਰ ਹੁਣ ਇਹ ਮੰਨਿਆ ਜਾ ਰਿਹਾ ਹੈ ਕਿ ਜਿਹੜੀ ਇੰਡੀਅਨ ਇਕਨੋਮੀ ਹੈ ਐਸਟੀਮੇਟ ਕੀਤਾ ਜਾ ਰਿਹਾ ਹੈ ਕਿ ਉਹ ਗਰੋ ਕਰੂਗੀ ਬਾਏ 9.2% ਇਨ ਰੀਅਲ ਟਰਮ। ਜਿਹੜੇ ਇਹ ਇੰਪੋਰਟੈਂਟ ਪਰਸੈਂਟੇਜ ਹੈ ਜੀਡੀਪੀ ਗਰੋਥ ਦੀ ਐਸਟੀਮੇਸ਼ਨ ਦੀ, ਇਹ ਐਗਜ਼ਾਮ ਵਿੱਚ ਇਸੇ ਤਰ੍ਹਾਂ ਡਾਇਰੈਕਟਲੀ ਆਉਣ ਦੇ ਚਾਂਸਿਸ ਨੇ। ਸੋ ਦਿਸ ਇਜ਼ ਵੈਰੀ ਵੈਰੀ ਇੰਪੋਰਟੈਂਟ। ਤੇ ਜੇ ਆਪਾਂ ਇਸ ਤੋਂ ਇੱਕ ਹੋਰ ਅੱਗੇ ਵਾਲੇ ਸਾਲ ਦੀ ਕਰੀਏ 2022-23, ਤਾਂ ਉਹਦੇ ਵਿੱਚ ਜਿਹੜੀ ਜੀਡੀਪੀ ਗਰੋਥ ਹੈ ਉਹਨੂੰ ਪ੍ਰੋਜੈਕਟ ਕੀਤਾ ਜਾ ਰਿਹਾ ਹੈ ਕਿ 8 ਤੋਂ 8.5% ਤੱਕ ਗਰੋ ਕਰੂ। Projection comparable with World Bank and Asian Development Bank's latest forecast of real GDP growth rate of 8.7%, 7.5 respectively। ਜੇ ਆਪਾਂ ਵਰਲਡ ਬੈਂਕ ਤੇ ਏਸ਼ੀਅਨ ਡਿਵੈਲਪਮੈਂਟ ਬੈਂਕ ਦੀ ਗੱਲ ਕਰੀਏ ਤਾਂ ਉਹਨਾਂ ਦਾ ਮੰਨਣਾ ਹੈ ਵੀ ਆਉਣ ਵਾਲੇ ਇੱਕ ਸਾਲ ਦੇ ਅੰਦਰ ਭਾਰਤ ਦੀ ਜਿਹੜੀ ਜੀਡੀਪੀ ਹੈ ਵਰਲਡ ਬੈਂਕ ਦੇ ਮੁਤਾਬਿਕ 8.7% ਗਰੋ ਕਰੂ, ਏਡੀਬੀ ਦੇ ਮੁਤਾਬਿਕ 7.5%। ਸੋ ਇਹ ਜਿਹੜੀ ਪਰਸੈਂਟੇਜ ਹੈ ਇਹ ਵੀ ਤੁਹਾਨੂੰ ਐਗਜ਼ਾਮ ਵਿੱਚ ਪੁੱਛਿਆ ਜਾ ਸਕਦੀਆਂ ਨੇ। ਨੈਕਸਟ IMF ਨੇ ਲੇਟੈਸਟ ਇੱਕ ਵਰਲਡ ਇਕਨੋਮਿਕ ਆਊਟਲੁੱਕ ਪ੍ਰੋਜੈਕਸ਼ਨਸ ਕੱਢੀਆਂ ਨੇ, ਜਿਹਦੇ ਅਨੁਸਾਰ
ਇੰਡੀਆ ਦੀ ਜਿਹੜੀ ਰੀਅਲ GDP ਹੈ ਉਹ 9% 2021 ਐਂਡ 23 7.1% 2023-24। ਸੋ ਇੱਕ ਸਾਲ ਤੋਂ ਅਗਲੇ ਸਾਲ ਦੀ ਗੱਲ ਹੋ ਰਹੀ ਹੈ। ਜਿਹੜੀਆਂ ਇਹ ਪਰਸੈਂਟੇਜ ਨੇ ਇਹ ਵੀ ਤੁਹਾਨੂੰ ਪਤਾ ਹੋਣੀ ਚਾਹੀਦੇ ਨੇ। ਇਹ ਟੋਟਲ 3 ਸਾਲਾਂ ਦੀ ਜਿਹੜੀ ਗਰੋਇੰਗ ਰੇਟ ਦੱਸਿਆ ਹੋਇਆ ਹੈ। ਤੇ IMF ਦਾ ਇਹ ਵੀ ਮੰਨਣਾ ਹੈ ਵੀ ਜਿਹੜੀ ਇੰਡੀਆ ਹੈ ਉਹ 3 ਸਾਲਾਂ ਦੇ ਵਿੱਚ ਜਾਂ ਆਉਣ ਵਾਲੇ ਸਮੇਂ ਵਿੱਚ ਵੀ one of the most fastest growing economy ਦੇ ਤੌਰ ਤੇ ਖੜੀ ਹੋਊਗੀ world level ਉੱਤੇ, which would make India fastest growing major economy in the world for all 3 years. Combination of high foreign exchange reserve, sustained foreign direct investment, rising export earning will provide an adequate buffer against possible global liquidity tapering in 2022-23। ਸੋ ਇਹ ਕਹਿ ਰਿਹਾ ਕਿ ਜਿਹੜਾ ਆਉਣ ਵਾਲਾ ਇੱਕ ਸਾਲ ਹੈ ਉਹਦੇ ਵਿੱਚ ਇਹ ਮੰਨਿਆ ਜਾ ਰਿਹਾ ਹੈ ਵੀ ਜਿਹੜੀ ਗਲੋਬਲ ਲਿਕੁਇਡਿਟੀ ਟੈਪਰਿੰਗ ਹੈ, ਜਿਹੜੇ ਗਲੋਬਲ ਲੈਵਲ ਦੇ ਉੱਤੇ ਲਿਕੁਇਡਿਟੀ ਘਟ ਰਹੀ ਹੈ, ਰਿਡਿਊਸ ਹੋ ਰਹੀ ਹੈ, ਇਹਦੇ ਅਗੇਂਸਟ ਵੀ ਬਹੁਤ ਸਟਰੋਂਗਲੀ ਇੰਡੀਆ ਸਟੈਂਡ ਕਰੂਗਾ ਆਪਣੇ ਫੋਰਨ ਐਕਸਚੇਂਜ ਰਿਜ਼ਰਵਸ ਨੂੰ ਹਾਈ ਕਰਕੇ, FDI ਨੂੰ ਹੋਰ ਜ਼ਿਆਦਾ ਸਸਟੇਨ ਕਰਕੇ, ਐਕਸਪੋਰਟ ਅਰਨਿੰਗਸ ਦੇ ਵਿੱਚ ਇਨਕਰੀਜ਼ ਕਰੂਗਾ। ਤੇ ਜਿਹੜਾ ਟੈਪਰਿੰਗ ਵਰਡ ਪਹਿਲੀ ਵਾਰੀ ਇਕਨੋਮਿਕ ਸਰਵੇ ਦੇ ਅੰਦਰ ਯੂਜ਼ ਕੀਤਾ ਗਿਆ ਹੈ, ਇਸੇ ਲਈ ਇਹਦਾ ਆਪਾਂ ਨੂੰ ਮੀਨਿੰਗ ਦੇਖਣਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਕਾਫੀ ਵਾਰੀ ਇਹ ਦੇਖਿਆ ਗਿਆ ਕਿ ਜਦੋਂ ਵੀ ਇਕਨੋਮਿਕ ਸਰਵੇ ਜਾਂ ਬਜਟ ਆਉਂਦਾ ਉਹਦੇ ਵਿੱਚ ਜੋ ਨਵੀਆਂ ਇਕਨੋਮਿਕ ਟਰਮਸ ਹੁੰਦੀਆਂ ਨੇ ਉਹਨਾਂ ਨਾਲ ਰਿਲੇਟਡ ਐਜ਼ ਇਟ ਇਜ਼ ਐਗਜ਼ਾਮ ਵਿੱਚ ਕੁਐਸਚਨ ਆਉਂਦਾ ਉਹਨਾਂ ਦੇ ਮੀਨਿੰਗ ਨੂੰ ਲੈ ਕੇ। ਸੋ ਟੈਪਰਿੰਗ ਜੋ ਭਾਰਤ ਦਾ ਸੈਂਟਰਲ ਬੈਂਕ ਹੈ RBI ਹੈ ਉਹਦੇ ਦੁਆਰਾ ਇੱਕ ਕੁਆਂਟੀਟੇਟਿਵ ਈਜ਼ਿੰਗ ਪਾਲਿਸੀ ਹੈ, ਉਹਦਾ ਉਲਟਾ ਹੈ ਟੈਪਰਿੰਗ। ਟੈਪਰਿੰਗ ਦਾ ਮਤਲਬ ਹੁੰਦਾ ਹੈ ਕਿ ਰਿਡਿਊਸ ਕਰਨਾ, ਲੈਸਨ ਕਰਨਾ। ਸੋ ਉਸੇ ਰਿਵਰਜਲ ਹੈ ਕੁਆਂਟੀਟੇਟਿਵ ਈਜ਼ਿੰਗ ਪਾਲਿਸੀ ਦਾ, ਜਿਹਨੂੰ ਇੰਪਲੀਮੈਂਟ ਕੀਤਾ ਗਿਆ ਬਾਈ ਰਿਜ਼ਰਵ ਬੈਂਕ ਆਫ ਇੰਡੀਆ, ਸੈਂਟਰਲ ਬੈਂਕ। ਤੇ ਇਹਦਾ ਮੇਨ ਮਕਸਦ ਹੈ ਕਿ ਇਕਨੋਮਿਕ ਗਰੋਥ ਹੈ ਜਿਹੜੀ ਉਹਨੂੰ ਹੋਰ ਜ਼ਿਆਦਾ ਸਟਿਮੂਲੇਟ ਕੀਤਾ ਜਾ ਸਕੇ। ਸੋ ਨਾਓ ਵੀ ਟਾਕ ਅਬਾਊਟ ਫਿਸਕਲ ਡੈਫਿਸਿਟ। ਤੇ ਇਹਦੇ ਵਿੱਚ ਸਭ ਤੋਂ ਪਹਿਲਾਂ ਇੰਪੋਰਟੈਂਟ ਚੀਜ਼ ਆਪਣੇ ਜਾਣਨੀ ਜ਼ਰੂਰੀ ਹੈ ਕਿ ਫਿਸਕਲ ਡੈਫਿਸਿਟ ਦਾ ਮਤਲਬ ਕੀ ਹੈ। ਫਿਸਕਲ ਡੈਫਿਸਿਟ ਦਾ ਮਤਲਬ ਹੈ ਸਰਕਾਰ ਨੇ ਇੱਕ ਸਾਲ ਦੇ ਅੰਦਰ, ਇਹਨੂੰ ਬਜਟਰੀ ਡੈਫਿਸਿਟ ਵੀ ਕਹਿ ਦਿੰਦੇ ਆ। ਸੋ ਟੋਟਲ ਖਰਚਾ ਕਿੰਨਾ ਕੀਤਾ, ਐਕਸਪੈਂਡੀਚਰ ਮਾਈਨਸ ਟੋਟਲ ਇਨਕਮ ਐਕਸਕਲੂਡਿੰਗ ਬੋਰਿੰਗਸ ਨੂੰ ਛੱਡ ਕੇ। ਸੋ ਸਰਕਾਰ ਦਾ ਜੇ ਖਰਚਾ ਜ਼ਿਆਦਾ ਹੋ ਗਿਆ, ਇਨਕਮ ਘੱਟ ਹੋਈ ਹੈ, ਤਾਂ ਇਹਦੇ ਵਿੱਚ ਆਪਣੇ ਇੱਕ ਨੈਗੇਟਿਵ ਚੀਜ਼ ਹੁੰਦੀ ਹੈ। ਪਰ ਜੇ ਇਨਕਮ ਜ਼ਿਆਦਾ ਹੋਈ ਹੈ, ਖਰਚਾ ਘੱਟ ਹੋਇਆ, ਤਾਂ ਇੱਕ ਪੋਜ਼ਿਟਿਵ ਚੀਜ਼ ਹੈ ਆਪਣੀ ਆਰਥਿਕ ਹਾਲਤ ਲਈ। ਸੋ ਇਹ ਤਾਂ ਹੈ ਸਿੰਪਲ ਜਿਹਾ ਮਤਲਬ। ਤੇ ਜੇ ਆਪਾਂ ਬਜਟ ਐਸਟੀਮੇਟ ਦੀ ਗੱਲ ਕਰੀਏ 2021-22 ਦਾ, ਤਾਂ ਫਿਸਕਲ ਡੈਫਿਸਿਟ ਰਿਹਾ GDP ਦੇ ਅਨੁਸਾਰ 6.8%। ਵੈਰੀ ਇੰਪੋਰਟੈਂਟ, ਆਉਣ ਵਾਲੇ ਸਾਰੇ ਐਗਜ਼ਾਮ ਦੇ ਲਈ ਇਹ ਜਿਹੜੀ ਫਿਗਰ ਹੈ, ਪਰਸੈਂਟੇਜ ਹੈ, ਇਹ ਆਉਣ ਦੇ 100% ਚਾਂਸ ਨੇ। ਜੇ ਹੁਣ ਆਪਾਂ ਹੋਰ ਫਿਸਕਲ ਡਿਵੈਲਪਮੈਂਟ ਦੀ ਗੱਲ ਕਰੀਏ ਤਾਂ ਜਿਹੜੀ ਸਸਟੇਨਡ ਰੈਵਨਿਊ ਕਲੈਕਸ਼ਨ ਹੋਈ ਹੈ ਤੇ ਜਿੰਨਾ ਟਾਰਗੇਟ ਸੀ ਐਕਸਪੈਂਡੀਚਰ ਪਾਲਿਸੀ ਦਾ, ਜਿਹਦੇ ਨਾਲ ਫਿਸਕਲ ਡੈਫਿਸਿਟ ਆਇਆ ਹੈ, ਤਾਂ ਉਹ ਰਿਹਾ 46.2%। ਰੈਵਨਿਊ ਰਿਸੀਵ ਦੀ ਗੱਲ ਕਰੀਏ ਸੈਂਟਰਲ ਗਵਰਨਮੈਂਟ ਤੋਂ, ਉਹ ਉੱਪਰ ਗਏ ਨੇ 67.2%। ਦੈਨ ਇਫ ਵੀ ਹੈਵ ਟੂ ਟਾਕ ਅਬਾਊਟ ਤੇ ਐਕਸਪੈਕਟ ਕਿੰਨਾ ਕੀਤਾ ਗਿਆ ਸੀ, ਐਕਸਪੈਕਟ ਹੋਈ ਸੀ ਗਰੋਥ 9.6%। ਸੋ ਇਹ ਜਿਹੜੀ ਐਕਸਪੈਕਟਡ ਫਿਗਰ ਹੈ ਇਹ ਵੀ ਤੁਸੀਂ ਯਾਦ ਰੱਖਣੀ ਹੈ। ਗ੍ਰੋਸ ਟੈਕਸ ਰੈਵਨਿਊ, ਇਹਨੇ ਰਜਿਸਟਰ ਕੀਤੀ ਹੈ ਗਰੋਥ ਆਫ ਓਵਰ 50%। ਵੈਰੀ ਇੰਪੋਰਟੈਂਟ। ਜਿਹੜੀ ਪਰਫਾਰਮੈਂਸ ਆਪਾਂ ਨੂੰ ਦਿਖ ਰਹੀ ਹੈ ਫਿਸਕਲ ਦੇ ਨਾਲ ਰਿਲੇਟਡ, ਇਹ ਪ੍ਰੀ ਪੈਂਡੈਮਿਕ ਲੈਵਲ ਦੇ ਨਾਲੋਂ ਵੀ ਜ਼ਿਆਦਾ ਸਟਰੋਂਗ ਹੈ। ਜਿਹੜੇ ਟੈਕਸ ਰੈਵਨਿਊ ਹੈ ਉਹ ਰਿਸੀਵ ਬਜਟ ਦਾ ਪਾਰਟ ਹੁੰਦੇ ਨੇ, ਜਿਹੜੇ ਬਾਅਦ ਵਿੱਚ ਆਪਣੀ ਯੂਨੀਅਨ ਜਦੋਂ ਆਪਣੀ ਐਨੂਅਲ ਫਾਈਨੈਂਸ਼ੀਅਲ ਸਟੇਟਮੈਂਟ ਆਉਂਦੀ ਹੈ ਉਹਦੇ ਵਿੱਚ ਆਪਾਂ ਦੇਖਦੇ ਹਾਂ। ਸੋ ਇਹਦੀ ਡੀਟੇਲ ਆਪਾਂ ਉਧਰ ਕਵਰ ਕਰਾਂਗੇ। ਸੋ ਉਰੇ ਤੁਸੀਂ ਸਿਰਫ ਇੱਕ ਚੀਜ਼ ਸਮਝੋ ਕਿ ਜਿਹੜੇ ਗ੍ਰੋਸ ਟੈਕਸ ਰੈਵਨਿਊ ਹੈ, ਜਿਹੜੇ ਰਿਸੀਵਡ ਬਜਟ ਦਾ ਪਾਰਟ ਹੈ, ਇਨਕਮ ਬਜਟ ਦਾ ਪਾਰਟ ਹੈ ਬੇਸਿਕਲੀ, ਉਹਦੇ ਵਿੱਚ ਗਰੋਥ ਹੋਈ ਹੈ ਓਵਰ 50%। ਨੈਕਸਟ ਆਪਾਂ ਗੱਲ ਕਰਾਂਗੇ ਕੈਪੀਟਲ ਐਕਸਪੈਂਡੀਚਰ ਦੀ। ਸੋ ਇਹੋ ਜਿਹੀਆਂ ਚੀਜ਼ਾਂ ਜਿੱਥੇ ਸਰਕਾਰ ਨੂੰ ਇੱਕ ਤਰੀਕੇ ਦੇ ਨਾਲ ਇਕਨੋਮੀ ਨੂੰ ਸਹੀ ਤਰੀਕੇ ਨਾਲ ਚਲਾਉਣ ਦੇ ਲਈ ਖਰਚਾ ਜ਼ਰੂਰੀ ਕਰਨਾ ਪੈਂਦਾ ਹੈ, ਜਿਵੇਂ ਇਨਫਰਾਸਟ੍ਰਕਚਰ ਹੋ ਗਿਆ। ਸੋ ਇਹਦੇ ਉੱਤੇ ਜ਼ਿਆਦਾ ਸਰਕਾਰ ਨੇ ਖਰਚਾ ਕੀਤਾ, ਕੈਪੀਟਲ ਐਕਸਪੈਂਡੀਚਰ। ਪਰ ਕਿਤੇ ਨਾ ਕਿਤੇ ਇਹਦਾ ਫਾਇਦਾ ਲੌਂਗ ਰਨ ਦੇ ਵਿੱਚ ਸਰਕਾਰ ਨੂੰ ਮਿਲਣਾ ਹੁੰਦਾ। ਸੋ ਇਹ ਜਿਹੜਾ ਖਰਚਾ ਹੈ ਇਹ ਜ਼ਰੂਰੀ ਵੀ ਹੁੰਦਾ। ਇਹ ਗਰੋ ਕੀਤਾ 13.5% ਦੇ ਨਾਲ, ਤੇ ਮੇਨ ਫੋਕਸ ਰਿਹਾ ਇਨਫਰਾਸਟ੍ਰਕਚਰ ਇੰਟੈਂਸਿਵ ਸੈਕਟਰ ਉੱਤੇ। ਜਦੋਂ ਕੋਵਿਡ-19 ਪੈਂਡੈਮਿਕ ਆਇਆ ਤਾਂ ਸਰਕਾਰ ਦੇ ਉੱਤੇ ਬਹੁਤ ਜ਼ਿਆਦਾ ਕਰਜ਼ਾ ਚੜ ਗਿਆ, ਕਿਉਂਕਿ ਜਿਹੜੀ ਦੇਸ਼ ਦੀ ਆਰਥਿਕ ਹਾਲਤ ਬਿਲਕੁਲ ਠੀਕ ਨਹੀਂ ਸੀ। ਸੋ ਬੋਰੋਇੰਗਸ ਵੱਧ ਗਈਆਂ,
ਸੈਂਟਰਲ ਗਵਰਨਮੈਂਟ ਦੀਆਂ। ਜਿਹੜਾ ਡੈਟ ਸੀ ਉਹ 49.1% GDP ਤੋਂ 59.3% ਇਨਕਰੀਜ਼ ਹੋ ਗਿਆ, ਪਰ ਇਹ ਮੰਨਿਆ ਜਾ ਰਿਹਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਸਰਕਾਰ ਜਲਦੀ ਇਸ ਚੀਜ਼ ਨੂੰ ਰਿਕਵਰ ਕਰ ਲੂਗੀ and is expected to follow a declining trajectory with the recovery of economy। ਉਸ ਤੋਂ ਬਾਅਦ ਜਿਹੜੀਆਂ ਸਰਕਾਰ ਦੀਆਂ ਟੈਕਸ ਰੈਵਨਿਊ ਜਾਂ ਹੋਰ ਨੀਤੀਆਂ ਸੀ ਸਰਕਾਰ ਦੀਆਂ, ਉਹਨਾਂ ਨੇ ਫਿਸਕਲ ਪਾਲਿਸੀ ਨੂੰ ਬਹੁਤ ਸਟਰੋਂਗ ਕੀਤਾ। ਇੱਕ ਸਰਕਾਰ ਨੇ ਸਟ੍ਰੈਸ ਚੋਂ ਨਿਕਲਣ ਲਈ ਸਪੈਸ਼ਲੀ COVID-19 ਪੈਂਡੈਮਿਕ ਦੇ ਲਾਸਿਸ ਚੋਂ ਨਿਕਲਣ ਦੇ ਲਈ ਸਟਰੋਂਗ ਪਾਲਿਸੀਜ਼ ਅੱਗੇ ਰੱਖੀਆਂ। Stressing the need to continue the focus on capital expenditure, it has indicated that the government is on course to achieve fiscal deficit target of 6.8% of GDP on current year। ਸੋ ਜਿਹੜਾ ਸਰਕਾਰ ਦਾ ਇੱਕ ਟਾਰਗੇਟ ਹੈ ਉਹਨੂੰ ਜਲਦੀ ਅਚੀਵ ਕਰੂਗੀ ਸਰਕਾਰ, ਤੇ ਨਾਲ ਹੀ ਮੇਨ ਫੋਕਸ ਰੱਖੂਗੀ ਕਿ ਉਹ ਕੈਪੀਟਲ ਐਕਸਪੈਂਡੀਚਰ ਜਿਹੜਾ ਜ਼ਰੂਰੀ ਖਰਚਾ ਹੈ ਸਰਕਾਰ ਨੂੰ, ਜਿਹਦਾ ਉਹਨੂੰ ਇਨ ਰਿਟਰਨ ਫਾਇਦਾ ਵੀ ਮਿਲਦਾ, ਉਹਦੇ ਉੱਤੇ ਸਟ੍ਰੈਸ ਕਰੇ। ਨੈਕਸਟ ਇਜ਼ ਐਕਸਟਰਨਲ ਸੈਕਟਰ। ਫੋਰਨ ਰਿਜ਼ਰਵ ਦੀ ਆਪਾਂ ਅੱਜ ਗੱਲ ਕਰਾਂਗੇ ਕਿ ਬਾਹਰੋਂ ਕਿੰਨਾ ਪੈਸਾ ਆਇਆ, ਕਿੰਨੀ ਐਕਸਚੇਂਜ ਹੋਈ। ਸੋ ਜੇ ਆਪਾਂ US ਡਾਲਰ ਬਿਲੀਅਨ ਦੇ ਵਿੱਚ ਗੱਲ ਕਰੀਏ ਤਾਂ ਸਾਲ ਖਤਮ ਹੋਣ ਤੱਕ 31 ਦਸੰਬਰ 2021 ਤੱਕ 633.6 US ਡਾਲਰ ਬਿਲੀਅਨ ਪੈਸਾ ਆਇਆ ਐਜ਼ ਫੋਰੈਕਸ ਰਿਜ਼ਰਵ। ਵੈਰੀ ਇੰਪੋਰਟੈਂਟ ਫਿਗਰ ਟੂ ਰਿਮੈਂਬਰ। ਸੋ ਜੇ ਆਪਾਂ ਪਿਛਲੇ ਸਾਲਾਂ ਦੇ ਨਾਲ ਕੰਪੇਅਰ ਵੀ ਕਰੀਏ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਹਾਈ ਜੰਪ ਆਇਆ, ਤੇ ਇਹਦੇ ਵਿੱਚ ਇੱਕ ਮੇਨ ਚੀਜ਼ ਹੈ ਜਿਹਨੇ ਬਹੁਤ ਇੰਪੋਰਟੈਂਟ ਰੋਲ ਪਲੇ ਕੀਤਾ, ਉਹ ਸੀ ਆਪਣੀ ਇੰਡੀਆ ਦੀ ਖੁਦ ਦੀ ਤਿਆਰ ਕੀਤੀ ਹੋਈ ਵੈਕਸੀਨ। ਸੋ ਐਕਸਟਰਨਲ ਸੈਕਟਰ ਦੀ ਜੇ ਗੱਲ ਕਰੀਏ ਤਾਂ ਬਹੁਤ ਸਟਰੋਂਗਲੀ ਇੰਡੀਆ ਨੇ ਪ੍ਰੀ ਕੋਵਿਡ ਲੈਵਲਸ ਨੂੰ ਵੀ ਸਰਪਾਸ ਕੀਤਾ, ਇਸ ਕਰੰਟ ਫਾਈਨੈਂਸ਼ੀਅਲ ਈਅਰ ਦੇ ਵਿੱਚ ਪਰਫਾਰਮ ਕੀਤਾ ਸਟਰੋਂਗਲੀ। ਇੰਡੀਆਜ਼ ਮਰਕੈਂਡਾਈਜ਼ export import rebounded strongly। There was significant pickup in net service with both received payment crossing the pre-pandemic level। ਚਾਹੇ ਟੂਰਿਜ਼ਮ ਰੈਵਨਿਊ ਘਟ ਰਿਹਾ, ਪਰ ਫਿਰ ਵੀ ਇੰਡੀਆ ਨੇ ਕਿਤੇ ਨਾ ਕਿਤੇ ਬਹੁਤ ਬ੍ਰਿਲੀਅੰਟਲੀ ਪਰਫਾਰਮ ਕੀਤਾ ਤੇ ਇਸ ਸੈਕਟਰ ਦੇ ਵਿੱਚ ਆਪਣੇ ਆਪ ਨੂੰ ਸਟਰੋਂਗਲੀ ਸਟੈਂਡ ਆਊਟ ਕੀਤਾ। ਨੈਟ ਕੈਪੀਟਲ ਫਲੋ were higher at $65.6 billion in first half of 2021-2022। ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਨਵੰਬਰ 2021 ਖਤਮ ਹੋਣ ਤੱਕ ਇੰਡੀਆ ਵਰਲਡ ਲੈਵਲ ਦੇ ਉੱਤੇ ਚੌਥੇ ਨੰਬਰ ਤੇ ਸੀ ਇਨ ਦ ਕੈਟੇਗਰੀ ਆਫ ਲਾਰਜੈਸਟ ਫੋਰੈਸਟ ਰਿਜ਼ਰਵ ਹੋਲਡਰ। ਵੈਰੀ ਇੰਪੋਰਟੈਂਟ ਪੁਆਇੰਟ, ਇਹ ਤੁਹਾਨੂੰ ਆਉਣ ਵਾਲੇ ਸਾਰੇ ਐਗਜ਼ਾਮ ਦੇ ਲਈ ਬਹੁਤ ਇੰਪੋਰਟੈਂਟ ਫੈਕਟ ਹੈ। ਸਭ ਤੋਂ ਪਹਿਲੇ ਨੰਬਰ ਤੇ ਹੈ ਚਾਈਨਾ, ਦੂਜੇ ਨੰਬਰ ਤੇ ਜਾਪਾਨ, ਜਿਨ੍ਹਾਂ ਦੇ ਕੋਲ 2021 ਨਵੰਬਰ ਖਤਮ ਹੋਣ ਤੱਕ ਸਭ ਤੋਂ ਜ਼ਿਆਦਾ ਬਾਹਰਲੇ ਰਿਜ਼ਰਵ ਸੀ ਫੋਰੈਕਸ ਰਿਜ਼ਰਵ। ਤੀਜੇ ਨੰਬਰ ਤੇ ਸਵਿਟਜ਼ਰਲੈਂਡ। ਸੋ ਚੌਥੇ ਨੰਬਰ ਤੇ ਆਪਣੇ ਕੋਲ ਇੰਡੀਆ। ਸੋ ਇੰਡੀਆ ਦੀ ਜਿਹੜੀ ਫੋਰਥ ਪੋਜੀਸ਼ਨ ਹੈ ਇਹ ਤੁਸੀਂ ਯਾਦ ਰੱਖਣੀ ਹੈ। ਨੈਕਸਟ ਟਾਕਿੰਗ ਅਬਾਊਟ ਮੋਨਿਟਰੀ ਮੈਨੇਜਮੈਂਟ ਐਂਡ ਫਾਈਨੈਂਸ਼ੀਅਲ ਇੰਟਰਮੀਡੀਏਸ਼ਨ। ਸੋ ਪੈਸੇ ਨਾਲ ਲੈ ਕੇ ਜੇ ਆਪਾਂ ਫਾਈਨੈਂਸ ਦੀ ਗੱਲ ਕਰੀਏ ਤਾਂ ਇੰਡੀਆ ਵਿੱਚ ਕਿਸ ਤਰ੍ਹਾਂ ਦੀ ਹਾਲਤ ਰਹੀ, ਤਾਂ ਜਿਹੜੀ ਲਿਕੁਇਡਿਟੀ ਹੈ, ਜਿਹੜਾ ਕੈਸ਼ ਦੀ ਫਾਰਮ ਦੇ ਵਿੱਚ ਚੱਲਦਾ ਹੋਇਆ ਪੈਸਾ ਹੁੰਦਾ ਇੱਕ ਇਕਨੋਮੀ ਦੇ ਅੰਦਰ, ਉਹ ਕਾਫੀ ਜ਼ਿਆਦਾ ਸਟੇਬਲ ਰਿਹਾ, ਉਹ ਸਰਪਲਸ ਦੇ ਵਿੱਚ ਰਿਹਾ, ਉਹਦੀ ਕੋਈ ਕਮੀ ਨਹੀਂ ਆਈ। ਰੈਪੋ ਰੇਟ 4% ਤੇ ਰਹੀ। ਜਿਹੜੀਆਂ ਇਹ ਰੇਟਸ ਨੇ ਇਹ ਵੀ ਐਗਜ਼ਾਮ ਦੇ ਵਿੱਚ ਡਾਇਰੈਕਟਲੀ ਪੁੱਛੇ ਜਾਂਦੀਆਂ ਨੇ, ਸੋ ਇਹ ਵੀ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ। ਰੈਪੋ ਰੇਟ ਜੋ RBI ਤੈਅ ਕਰਦੀ ਹੈ ਇਹ 4% ਸੀ। ਦੈਨ ਰਿਜ਼ਰਵ ਬੈਂਕ ਆਫ ਇੰਡੀਆ ਨੇ ਬਹੁਤ ਸਾਰੇ ਅਲੱਗ-ਅਲੱਗ ਮੈਜਰਸ ਲਏ ਜਿਹਦੇ ਨਾਲ ਇਕਨੋਮੀ ਦੇ ਵਿੱਚ ਜਿਹੜੀ ਲਿਕੁਇਡਿਟੀ ਹੈ, ਪੈਸੇ ਦੀ ਕਮੀ ਨਾ ਆਵੇ, ਉਸੇ ਤਰ੍ਹਾਂ ਚੱਲਦਾ ਰਹੇ ਸਹੀ ਤਰੀਕੇ ਦੇ ਨਾਲ, ਉਹਦੇ ਲਈ ਅਲੱਗ-ਅਲੱਗ ਮੈਜਰਸ ਅਪਣਾਏ, ਜਿਹਦੇ ਵਿੱਚੋਂ ਇੱਕ ਪ੍ਰੋਗਰਾਮ ਸੀ GSEC ਐਕੁਜੀਸ਼ਨ ਪ੍ਰੋਗਰਾਮ, ਦੂਜਾ ਸੀ ਸਪੈਸ਼ਲ ਲੌਂਗ ਟਰਮ ਰੈਪੋ ਆਪਰੇਸ਼ਨ। ਸੋ ਇਹ ਨਾਮ ਵੀ ਤੁਹਾਨੂੰ ਪਤਾ ਹੋਣੇ ਚਾਹੀਦੇ ਆ। ਇਕਨੋਮੀ ਸੀ ਜਿਹੜੀ ਦੇਸ਼ ਦੀ ਆਰਥਿਕ ਹਾਲਤ ਸੀ ਉਹਨੂੰ ਪੈਂਡੈਮਿਕ ਨੇ ਪੂਰੀ ਤਰ੍ਹਾਂ ਖਰਾਬ ਕਰਤਾ ਸੀ, ਪਰ ਕਿਤੇ ਨਾ ਕਿਤੇ ਜਿਹੜੀ ਬੈਂਕਿੰਗ ਸਿਸਟਮ ਸੀ ਦੇਸ਼ ਦਾ, ਉਹਨੇ ਇਸ ਆਰਥਿਕ ਹਾਲਤ ਨੂੰ ਦੁਬਾਰਾ ਤੋਂ ਐਕਸੈਲਰੇਟ ਕਰਨ ਦੇ ਲਈ, ਦੁਬਾਰਾ ਤੋਂ ਸਪੀਡ ਅਪ ਕਰਨ ਦੇ ਲਈ ਬਹੁਤ ਹੀ ਜ਼ਿਆਦਾ ਸਟਰੋਂਗਲੀ ਕੰਮ ਕੀਤਾ। ਬੈਂਕ ਕ੍ਰੈਡਿਟ ਗਰੋਥ ਦੀ ਜੇ ਗੱਲ ਕਰੀਏ ਤਾਂ 31 ਦਸੰਬਰ 2021 ਤੱਕ ਇਹਨੇ ਬਹੁਤ ਹੀ ਜ਼ਿਆਦਾ ਸਟਰੋਂਗਲੀ ਐਕਸੈਲਰੇਟ ਕੀਤਾ। ਸੋ 5.3% ਅਪ੍ਰੈਲ 2021 ਤੋਂ ਸਿੱਧਾ 9.2% ਗਰੋ ਕੀਤਾ 31 ਦਸੰਬਰ 2021 ਤੱਕ। Then talking about gross non-performing advances ratio to scheduled commercial bank, ਜੋ RBI ਦੇ listed bank ਹੁੰਦੇ ਨੇ, ਉਹ ਡਿਕਲਾਈਨ ਹੋਈ
11.2% to 6.9%. Non-performing advances ratio declined from 6 to 2.2% during the same period. ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ, ਇਹ ਉੱਪਰਲੀ ਸੀ ਗ੍ਰੋਸ ਤੇ ਇਹ ਸੀ ਨੈਟ। ਇਹ ਵੀ ਤੁਹਾਨੂੰ ਅਲੱਗ-ਅਲੱਗ ਪਤਾ ਹੋਣੇ ਚਾਹੀਦੇ ਨੇ, ਤੁਸੀਂ ਉੱਥੇ ਕਨਫਿਊਜ਼ ਨਹੀਂ ਹੋਣਾ। ਧਿਆਨ ਦੇ ਨਾਲ ਇਹ ਦੇਖਣਾ ਕਿ ਤੁਹਾਨੂੰ ਗ੍ਰੋਸ ਨਾਨ ਪਰਫਾਰਮਿੰਗ ਐਡਵਾਂਸ ਰੇਸ਼ੋ ਪੁੱਛੀ ਹੋਈ ਹੈ ਜਾਂ ਫਿਰ ਨੈਟ। So then talking about capital to risk weighted asset ratio of scheduled commercial banks, ਇਹਦੇ ਵਿੱਚ ਵੀ ਕਾਫੀ ਜ਼ਿਆਦਾ ਇਨਕਰੀਜ਼ ਦੇਖਣ ਨੂੰ ਮਿਲਿਆ 13% ਤੋਂ 16.54% at the end of September 2021. Then talking about return on asset and return on equity for public sector bank, ਇਹਦੇ ਵਿੱਚ ਵੀ positive trend ਦੇਖਣ ਨੂੰ ਮਿਲਿਆ ending the period September 2021. ਅੱਗੇ ਆਪਾਂ ਗੱਲ ਕਰਾਂਗੇ ਮਹਿੰਗਾਈ ਦੀ, ਪ੍ਰਾਈਸਿਸ ਦੀ, ਇਨਫਲੇਸ਼ਨ ਦਾ ਕੀ ਰਿਜ਼ਲਟ ਦੇਖਣ ਨੂੰ ਮਿਲਿਆ। ਸੋ ਐਵਰੇਜ ਹੈਡਲਾਈਨ ਕੰਜ਼ਿਊਮਰ ਪ੍ਰਾਈਸ ਇੰਡੈਕਸ ਆਲਮੋਸਟ ਮੋਡਰੇਟ ਰਿਹਾ, ਜ਼ਿਆਦਾ ਇਹਦੇ ਵਿੱਚ ਕੋਈ ਅਪ ਡਾਊਨ ਨਹੀਂ ਦੇਖੇ। 5.2% ਰਿਹਾ 2021-22, ਬਲਕਿ ਪਿਛਲੇ ਜਿਹੜੇ ਸਾਲ ਸੀ ਉਹਨਾਂ ਨਾਲੋਂ ਘਟਿਆ। ਉਸ ਤੋਂ ਬਾਅਦ ਜੇ ਆਪਾਂ ਖਾਣੇ ਦੀ ਮਹਿੰਗਾਈ ਦੀ ਗੱਲ ਕਰੀਏ, ਜਿਹੜਾ ਸਭ ਤੋਂ ਮੇਨ ਮੁੱਦਾ ਹੁੰਦਾ ਹੈ ਫੂਡ ਇਨਫਲੇਸ਼ਨ, ਉਹ ਐਵਰੇਜ ਜੇ ਆਪਾਂ ਰੇਟ ਦੀ ਗੱਲ ਕਰੀਏ ਤਾਂ ਲੋ ਰਿਹਾ 2.9% ਐਜ਼ ਅਗੇਂਸਟ ਪਿਛਲੇ ਸਾਲ ਜੇ ਆਪਾਂ ਸੇਮ ਪੀਰੀਅਡ ਦੀ ਗੱਲ ਕਰੀਏ ਅਪ੍ਰੈਲ ਤੋਂ ਦਸੰਬਰ ਤਾਂ ਬਹੁਤ ਜ਼ਿਆਦਾ ਹਾਈ ਸੀ 9.1%, ਤੇ ਇਸ ਸਾਲ ਫੂਡ ਇਨਫਲੇਸ਼ਨ ਸੇਮ ਪੀਰੀਅਡ 2.9%। ਸੋ ਇਹ ਪਰਸੈਂਟੇਜ ਵੀ ਐਗਜ਼ਾਮ ਦੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਦੈਨ ਇਫੈਕਟਿਵ ਸਪਲਾਈ ਸਾਈਡ ਮੈਨੇਜਮੈਂਟ ਰਹੀ, ਇਹਨੇ ਕੰਟਰੋਲ ਵਿੱਚ ਰੱਖਿਆ ਸਾਰੀ ਕਮੋਡਿਟੀ ਦੀ ਪ੍ਰਾਈਸ ਨੂੰ, ਬਹੁਤ ਜ਼ਿਆਦਾ ਹਾਈ ਇਨਕਰੀਜ਼ ਨਹੀਂ ਹੋਣ ਦਿੱਤਾ। ਦੈਨ ਪਲਸਿਸ, ਐਡੀਬਲ ਆਇਲ, ਇਹਨਾਂ ਦੇ ਜਿਹੜੇ ਪ੍ਰਾਈਸਿਸ ਨੇ ਇਹਨਾਂ ਨੂੰ ਕੰਟਰੋਲ ਕਰਨ ਦੇ ਲਈ ਵੀ ਟਾਈਮ ਟੂ ਟਾਈਮ ਮੈਜਰਸ ਲਏ ਗਏ। ਚਾਹੇ ਕਦੇ ਪ੍ਰਾਈਸ ਰਾਈਜ਼ ਕੀਤੇ ਪਰ ਫਿਰ ਉਹਨਾਂ ਨੂੰ ਰਿਡਿਊਸ ਕਰਨ ਦੀ ਅਲੱਗ-ਅਲੱਗ ਮੈਜਰ ਸਰਕਾਰ ਨੇ ਲਏ। ਰਿਡਕਸ਼ਨ ਇਨ ਸੈਂਟਰਲ ਐਕਸਾਈਜ਼ ਐਂਡ ਸਬਸੀਕੁਐਂਟ ਕੱਟ ਇਨ ਵੈਟ ਬਾਈ ਮੋਸਟ ਸਟੇਟ, ਇਹਦੇ ਨਾਲ ਹੈਲਪ ਹੋਈ ਪੈਟਰੋਲ ਤੇ ਡੀਜ਼ਲ ਪ੍ਰਾਈਸ ਦੇ ਘਟਣ ਦੇ ਵਿੱਚ। ਸੋ ਆਪਾਂ ਨੂੰ ਪਤਾ ਹੈ ਕਿ ਪਿਛਲੇ ਕੁਝ ਸਮੇਂ ਦੇ ਵਿੱਚ ਜਿਹੜੀਆਂ ਸਟੇਟਸ ਨੇ ਉਹਨਾਂ ਨੇ ਖੁਦ ਜਿਹੜੇ ਵੈਲਿਊ ਐਡਡ ਟੈਕਸ ਹੈ ਉਹਦੇ ਵਿੱਚ ਕੱਟ ਕੀਤਾ ਹੈ, ਜਿਹਦੇ ਨਾਲ ਪੈਟਰੋਲ ਤੇ ਡੀਜ਼ਲ ਦੇ ਪ੍ਰਾਈਸਿਸ ਹੁਣ ਘੱਟ ਹੋਏ ਨੇ। ਦੈਨ ਹੋਲਸੇਲ ਇਨਫਲੇਸ਼ਨ ਬੇਸਡ ਔਨ WPI ਇਹ ਇਨਕਰੀਜ਼ ਹੋਈ 12.5% ਡਿਊਰਿੰਗ 2021-22, ਤੇ ਇਹਦੇ ਕਾਰਨ ਸੀ ਮੇਨ ਐਟਰੀਬਿਊਸ਼ਨ ਸੀ ਪਿਛਲੇ ਸਾਲ ਲੋ ਬੇਸ ਰੱਖਿਆ ਗਿਆ ਸੀ। ਉਸ ਤੋਂ ਬਾਅਦ ਜਿਹੜੇ ਇੰਟਰਨੈਸ਼ਨਲ ਲੈਵਲ ਤੇ ਜੇ ਆਪਾਂ ਗੱਲ ਕਰੀਏ ਕਰੂਡ ਆਇਲ ਦੇ ਪ੍ਰਾਈਸਿਸ ਦੇ ਵਿੱਚ ਬਹੁਤ ਜ਼ਿਆਦਾ ਸ਼ਾਰਪਲੀ ਇਨਕਰੀਜ਼ ਹੋਇਆ। ਫਰੇਟ ਕਾਸਟ, ਕਿਉਂਕਿ ਪੈਂਡੈਮਿਕ ਦੇ ਟਾਈਮ ਜਿਹੜੇ ਇੰਟਰਨੈਸ਼ਨਲ ਟ੍ਰੇਡ ਸੀ ਬਾਰਡਰ ਦੇ ਉੱਤੇ ਉਹ ਵੀ ਕਾਫੀ ਮੁਸ਼ਕਿਲ ਹੋਇਆ ਸੀ, ਫਰੇਟ ਕਾਸਟ ਵੀ ਬਹੁਤ ਜ਼ਿਆਦਾ ਸੀ। ਸੋ ਇਹ ਕੁਝ ਮੇਨ ਕਾਰਨ ਸੀ ਜਿਨ੍ਹਾਂ ਨੇ ਕੰਟਰੀਬਿਊਟ ਕੀਤਾ, ਐਟਰੀਬਿਊਟ ਕੀਤਾ ਹੋਲਸੇਲ ਇਨਫਲੇਸ਼ਨ ਰੇਟ ਇਨਕਰੀਜ਼ ਹੋਣ ਦੇ ਵਿੱਚ। Next, again, very important thing, sustainable development and climate change, resources ਦੀ ਗੱਲ ਕਰੀਏ, ਵਾਤਾਵਰਣ ਦੀ ਗੱਲ ਕਰੀਏ ਤਾਂ ਇਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਕਿਸ ਤਰ੍ਹਾਂ ਦੀ ਸਿਚੁਏਸ਼ਨ ਰਹੀ। ਇੰਡੀਆ ਨੇ ਓਵਰਆਲ ਜਿਹੜਾ ਸਕੋਰ ਹੈ ਨੀਤੀ ਆਯੋਗ ਦੇ SDG ਦੇ ਉੱਤੇ ਉਹਦੇ ਵਿੱਚ ਇੰਪਰੂਵ ਕੀਤਾ, 66 ਸਕੋਰ ਕੀਤਾ, ਜੋ ਕਿ ਪਹਿਲਾਂ 2019-20 ਦੇ ਵਿੱਚ 60 ਸੀ, 2018-19 ਵਿੱਚ 57। ਸੋ ਜਿਹੜਾ ਇਹ ਨੀਤੀ ਆਯੋਗ ਸਸਟੇਨੇਬਲ ਡਿਵੈਲਪਮੈਂਟ ਗੋਲ ਇੰਡੀਆ ਇੰਡੈਕਸ ਹੈ, ਇਹਦਾ ਜੋ ਰੈਂਕ ਹੈ ਸਕੋਰ ਹੈ ਇੰਡੀਆ ਦਾ, ਇਹ ਤੁਹਾਨੂੰ 100% ਐਗਜ਼ਾਮ ਦੇ ਵਿੱਚ ਆ ਸਕਦਾ ਹੈ। ਦੈਨ ਲਾਰਜੈਸਟ ਫੋਰੈਸਟ ਏਰੀਆ ਦੀ ਜੇ ਗੱਲ ਕਰੀਏ ਵਰਲਡ ਲੈਵਲ ਦੇ ਉੱਤੇ ਤਾਂ ਇੰਡੀਆ ਸਟੈਂਡ ਕਰਦਾ ਹੈ 10th ਪੋਜੀਸ਼ਨ ਦੇ ਉੱਤੇ। ਅਗਸਤ 2021 ਵਿੱਚ ਪਲਾਸਟਿਕ ਵੇਸਟ ਮੈਨੇਜਮੈਂਟ ਅਮੈਂਡਮੈਂਟ ਰੂਲ ਲਿਆਂਦੇ ਗਏ 2021, ਜਿਹਦੇ ਵਿੱਚ ਇੱਕ ਸ਼ਬਦ ਲਈ ਗਈ, ਇੱਕ ਚੀਜ਼ ਕਹੀ ਗਈ ਕਿ ਪੂਰੇ ਦੇਸ਼ ਨੇ ਮਿਲ ਕੇ ਸਿੰਗਲ ਯੂਜ਼ ਪਲਾਸਟਿਕ ਨੂੰ ਪੂਰੀ ਤਰ੍ਹਾਂ ਖਤਮ ਕਰਨਾ ਹੈ 2022 ਤੱਕ। ਉਸ ਤੋਂ ਬਾਅਦ ਇੱਕ ਐਕਸਟੈਂਡਡ ਪ੍ਰੋਡਿਊਸਰ ਰਿਸਪੌਂਸਿਬਿਲਿਟੀ ਪਲਾਸਟਿਕ ਪੈਕੇਜਿੰਗ ਨੂੰ ਲੈ ਕੇ ਪ੍ਰੋਡਿਊਸਰ ਦੀ ਕੀ ਰਿਸਪੌਂਸਿਬਿਲਿਟੀ ਬਣਦੀ ਹੈ, ਇਹਦੇ ਉੱਤੇ ਵੀ ਇੱਕ ਰੈਗੂਲੇਸ਼ਨ ਲਿਆਂਦੀ ਗਈ, ਉਹਦਾ ਡਰਾਫਟ ਤਿਆਰ ਕੀਤਾ ਗਿਆ। ਦੈਨ ਜਿਹੜੀਆਂ ਬਹੁਤ ਹੀ ਜ਼ਿਆਦਾ ਹਾਈ ਲੈਵਲ ਉੱਤੇ ਇੰਡਸਟਰੀਜ਼ ਪੋਲਿਊਸ਼ਨ ਕਰਦੀਆਂ ਨੇ ਉਹਨਾਂ ਨੂੰ ਆਪਾਂ ਨੇ ਕਿਵੇਂ ਘਟਾਉਣਾ ਹੈ, ਉਹਨਾਂ ਦਾ ਸਟੇਟਸ ਕੀ ਹੈ, ਕੰਪਲਾਇੰਸ ਸਟੇਟਸ ਆਫ ਗ੍ਰੋਸਲੀ ਪੋਲਿਊਟਿੰਗ ਇੰਡਸਟਰੀਜ਼ ਲੋਕੇਟਡ ਇਨ ਗੰਗਾ ਮੇਨ ਸਟ੍ਰੀਮ ਐਂਡ ਇਟਸ ਟ੍ਰਿਬਿਊਟਰੀ ਇੰਪਰੂਵ ਹੋਈ ਹੈ 39% ਸੀ 2017, ਹੁਣ 2020 ਵਿੱਚ ਹੈ 81%। ਸੋ ਮਤਲਬ ਇਹਨਾਂ ਨੇ ਕੰਪਲਾਇੰਟ ਕੀਤਾ ਹੈ, ਜੋ ਇਹਨਾਂ ਨੂੰ ਰੂਲਸ ਐਂਡ ਰੈਗੂਲੇਸ਼ਨ ਦੱਸੇ ਨੇ ਉਹਨਾਂ ਦੇ ਮੁਤਾਬਿਕ ਮਿਲ ਕੇ ਉਹਨਾਂ ਦੇ ਅਕੋਰਡਿੰਗ ਕੰਮ ਕੀਤਾ ਹੈ। ਪ੍ਰਾਈਮ ਮਿਨਿਸਟਰ ਨੇ ਜਦੋਂ ਉਹਨਾਂ ਨੇ 26th ਕਾਨਫਰੰਸ ਆਫ ਪਾਰਟੀ ਦੀ
स्टेटमेंट दिती सी, स्पीच दिती सी। ग्लासगो ने जिन्हें इस साल लीड किया, चेयर किया नवंबर 2021 विच। तो प्राइम मिनिस्टर ने मेन टारगेट ने जो 2030 तक क्लाइमेट चेंज नू लैके एमिशंस नू घटाउण नू लैके पूरे करने ने, अचीव करने ने, उन्हां दी गल कीती। Also the need to start one world movement live। सो एक होर इंपॉर्टेंट प्राइम मिनिस्टर ने जरूरत लोकां दे अगे रखी, बाकी पार्टीज दे अगे रखी इंटरनेशनल लैवल उत्ते कि आपां ने सिर्फ एक वर्ड दी मूवमेंट स्टार्ट करनी है लाइफ, जिहदी फुल फॉर्म होगी लाइफस्टाइल फॉर इन्वायरमेंट। वातावरण नू सही रखण दे लई, ओनू डिस्ट्रक्शन ना होवे, इसे तरह आपां फ्यूचर जनरेशन दे लई बचा के रख सकीए, साफ सुथरा रख सकीए। ਉਹਦੇ ਲਈ ਆਪਾਂ ਨੂੰ ਆਪਣੇ ਲਾਈਫ ਸਟਾਈਲ, ਆਪਣੀ ਦਿਨਚਰਿਆ ਦੇ ਵਿੱਚ ਰੋਜ਼ ਦਾ ਜੋ ਆਪਣਾ ਰਹਿਣਾ ਸਹਿਣਾ ਉਹਦੇ ਵਿੱਚ ਤਬਦੀਲੀ ਲੈ ਕੇ ਆਉਣੀ ਪਊਗੀ। ਸੋ ਇਸ ਚੀਜ਼ ਨੂੰ ਹਾਈਲਾਈਟ ਕੀਤਾ ਗਿਆ, ਵਨ ਵਰਡ ਮੂਵਮੈਂਟ ਸਾਹਮਣੇ ਰੱਖੀ ਗਈ, ਲਾਈਫ। ਸੋ ਇਹ ਵੀ ਐਗਜ਼ਾਮ ਦੇ ਲਈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ। ਆਲਸੋ ਇਹ ਵੀ ਕਿਹਾ ਗਿਆ ਕਿ ਜੇ ਆਪਾਂ ਆਪਣੇ ਕਲਾਈਮੇਟ ਐਕਸ਼ਨ ਨੇ ਜੋ ਇੰਡੀਆ ਦੇ ਲਈ ਉਹਨਾਂ ਨੂੰ ਸਕਸੈਸਫੁਲ ਕਰਨਾ ਚਾਹੁੰਦੇ ਆ ਕਿ ਉਹ ਸਹੀ ਤਰੀਕੇ ਦੇ ਨਾਲ ਜਿਹੜਾ ਨੈਟ ਜ਼ੀਰੋ ਕਾਰਬਨ ਐਮਿਸ਼ਨ ਦਾ ਟਾਰਗੇਟ ਹੈ ਉਹ ਅਚੀਵ ਹੋ ਸਕੇ, ਤਾਂ ਉਹਦੇ ਲਈ ਆਪਾਂ ਨੂੰ ਜਿਹੜੇ ਫਾਈਨੈਂਸਿਸ ਨੇ, ਕਲਾਈਮੇਟ ਫਾਈਨੈਂਸ ਹੈ, ਉਹਨੂੰ ਹੋਰ ਜ਼ਿਆਦਾ ਸਟਰੋਂਗ ਕਰਨਾ ਪਊਗਾ। So now next we'll talk about agriculture and food management। पिछले 2 साल ਦੇ ਅੰਦਰ एग्रीकल्चर सैक्टर ने बहुत ही ज़्यादा पॉजिटिव buoyant growth एक्सपीरियंस की है। According to sizable 18.8% gross value added of the country, registering a growth of 2020-21 ਵਿੱਚ 3.6% growth ਸੀ ਤੇ ਇਹ increase ਹੋ ਕੇ 2021-22 ਵਿੱਚ ਹੋਈ ਹੈ 3.9%। very important numbers। So ਇਹ percentage as it is ਤੁਹਾਨੂੰ exam ਦੇ ਲਈ ਪਤਾ ਹੋਣੀ ਚਾਹੀਦੀ ਹੈ। ਜਿਹੜੀ MSP ਹੈ, ਮਿਨੀਮਮ ਸਪੋਰਟ ਪ੍ਰਾਈਸ ਪਾਲਿਸੀ ਹੈ, ਉਹਨੂੰ ਵੀ ਯੂਜ਼ ਕੀਤਾ ਜਾ ਰਿਹਾ ਹੈ ਕ੍ਰੌਪ ਡਾਇਵਰਸਿਫਿਕੇਸ਼ਨ ਨੂੰ ਪ੍ਰਮੋਟ ਕਰਨ ਦੇ ਲਈ। ਨੈਕਸਟ ਨੈਟ ਰਿਸੀਪਟ ਨੇ ਜਿਹੜੀਆਂ ਕ੍ਰੌਪ ਪ੍ਰੋਡਕਸ਼ਨ ਤੋਂ ਉਹ ਵੀ ਇਨਕਰੀਜ਼ ਹੋਈਆਂ ਨੇ, ਜਿਹੜੀ ਇਨਕਮ ਆਪਾਂ ਨੂੰ ਆਈ ਹੈ, ਆਮਦਨੀ ਹੋਈ ਹੈ 22.6% ਦੇ ਨਾਲ। ਇੱਕ ਲੇਟੈਸਟ ਸਿਚੁਏਸ਼ਨ ਅਸੈਸਮੈਂਟ ਸਰਵੇ ਕੀਤਾ ਗਿਆ ਸੀ ਜਿਹਨੂੰ 2014 ਦੇ ਸਰਵੇ ਦੇ ਨਾਲ ਕੰਪੇਅਰ ਕੀਤਾ ਗਿਆ। ਸੋ 2014 ਦੇ ਮੁਕਾਬਲੇ ਹੁਣ ਇਸ ਟਾਈਮ ਜਿਹੜਾ ਇਨਕਰੀਜ਼ ਹੋਇਆ ਕ੍ਰੌਪ ਪ੍ਰੋਡਕਸ਼ਨ ਚੋਂ ਨੈਟ ਰਿਸੀਟ ਦਾ ਉਹ ਹੋਇਆ 22.6% ਇਨਕਰੀਜ਼। ਅਲੀਟ ਸੈਕਟਰ ਨੇ ਜਿਹੜੇ ਐਗਰੀਕਲਚਰ ਦੇ ਨਾਲ ਜਿਵੇਂ ਜੁੜੇ ਹੋਏ ਐਨੀਮਲ ਹਸਬੈਂਡਰੀ ਹੋ ਗਿਆ, ਡੇਅਰੀ ਹੋ ਗਿਆ, ਫਿਸ਼ਰੀ ਹੋ ਗਿਆ, ਇਹਨਾਂ ਦੀ ਵੀ ਕੰਟੀਨਿਊਸ ਹਾਈ ਗਰੋਥ ਦੇਖਣ ਨੂੰ ਮਿਲੀ ਹੈ। ਇਹਨਾਂ ਨੇ ਵੀ ਆਪਣੇ ਆਪਣੇ ਸੈਕਟਰ ਦੇ ਵਿੱਚ ਬਹੁਤ ਹੀ ਜ਼ਿਆਦਾ ਪੋਜ਼ਿਟਿਵ ਰੇਟ ਉੱਤੇ ਪਰਫਾਰਮ ਕੀਤਾ ਹੈ। ਜੇ ਆਪਾਂ ਲਾਈਵ ਸਟਾਕ ਸੈਕਟਰ ਦੀ ਗੱਲ ਕਰੀਏ ਤਾਂ ਇਹ ਪਿਛਲੇ 5 ਸਾਲਾਂ ਦੇ ਵਿੱਚ 2019-20 ਤੱਕ ਜੇ ਆਪਾਂ ਗੱਲ ਕਰੀਏ ਤਾਂ 8.15% ਗਰੋ ਕੀਤਾ ਹੈ। ਦਿਸ ਇਜ਼ ਅਗੇਨ ਵੈਰੀ ਇੰਪੋਰਟੈਂਟ number figure to remember। Government facilitate food processing through various measures of infrastructure development, subsidized transportation, support for formalization of micro food enterprise। सरकार ने भी टाइम टू टाइम ये ਜਿਹੜੇ ਵੀ ਸੈਕਟਰ ਨੇ ਐਗਰੀਕਲਚਰ, ਫੂਡ ਮੈਨੇਜਮੈਂਟ ਦੇ, ਐਲੀਟ ਸੈਕਟਰ ਨੇ, ਇਹਨਾਂ ਦੀ ਮਦਦ ਕਰਨ ਦੇ ਲਈ ਆਪਣੇ ਮੈਜਰਸ ਕੱਢੇ ਨੇ, ਸਕੀਮਸ ਕੱਢੀਆਂ ਨੇ। ਇੰਡੀਆ ਇੱਕ one of the largest food management program run ਕਰਦਾ ਹੈ ਪੂਰੇ ਵਰਲਡ ਦੇ ਅੰਦਰ। ਦੈਨ ਜਿਹੜੀ ਸਰਕਾਰ ਹੈ ਫੂਡ ਸਿਕਿਉਰਿਟੀ ਨੈਟਵਰਕ ਹੈ, ਜਿਵੇਂ PM ਗਰੀਬ ਕਲਿਆਣ ਯੋਜਨਾ, ਇਸ ਤਰ੍ਹਾਂ ਦੀ ਸਕੀਮਸ ਦੇ ਨਾਲ ਟਾਈਮ ਟੂ ਟਾਈਮ ਇਨਕਰੀਜ਼ ਕੀਤਾ ਹੈ, ਐਕਸਟੈਂਡ ਕੀਤਾ ਹੈ ਕਵਰੇਜ। ਸੋ ਜੇ ਹੁਣ ਆਪਾਂ ਮਿਲੀਅਨ ਟਨਸ ਦੇ ਵਿੱਚ ਗੱਲ ਕਰੀਏ ਨੰਬਰਸ ਦੀ, ਫਿਗਰਸ ਦੀ, ਤਾਂ ਜਿਹੜੇ 4th ਐਡਵਾਂਸ ਐਸਟੀਮੇਟ ਆਇਆ ਉਹਦੇ ਅਨੁਸਾਰ ਫੂਡ ਗ੍ਰੇਨ ਪ੍ਰੋਡਕਸ਼ਨ ਹੋਇਆ ਮਿਲੀਅਨ ਟਨਸ ਦੇ ਅੰਦਰ 2020-21 308.6। ਵੈਰੀ ਇੰਪੋਰਟੈਂਟ ਫਿਗਰ। ਇਹਦੇ ਅੰਦਰ ਆਉਂਦਾ ਰਾਈਸ, ਵੀਟ, ਕੋਰਸ ਸੀਰੀਅਲ ਤੇ ਪਲਸਿਸ। ਸੋ ਤੁਹਾਨੂੰ ਇਹ ਵੀ ਪੁੱਛਿਆ ਜਾ ਸਕਦਾ ਹੈ ਕਿ ਫੂਡ ਗ੍ਰੇਨ ਪ੍ਰੋਡਕਸ਼ਨ ਦਾ ਜਿਹੜਾ ਇਕਨੋਮਿਕ ਸਰਵੇ ਦੇ ਅੰਦਰ ਫਿਗਰ ਹੁੰਦੀ ਹੈ ਜੋ ਇਹ 308.6 ਮਿਲੀਅਨ ਟਨ ਫਿਗਰ ਹੈ, ਇਹਦੇ ਅੰਦਰ ਕਿਹੜੀਆਂ ਕ੍ਰੌਪਸ ਆਉਂਦੀਆਂ ਨੇ। ਸੋ ਤੁਹਾਨੂੰ ਇਹ ਚਾਰੋਂ ਕ੍ਰੌਪਸ ਦੇ ਨਾਮ ਵੀ ਪਤਾ ਹੋਣੇ ਚਾਹੀਦੇ ਆ। ਨੈਕਸਟ ਇਜ਼ ਇੰਡਸਟਰੀ ਐਂਡ ਇਨਫਰਾਸਟ੍ਰਕਚਰ। ਸੋ ਹੁਣ ਆਪਾਂ ਨੇ ਐਗਰੀਕਲਚਰ ਦੀ ਗੱਲ ਦੇਖੀ ਹੈ, ਉੱਥੇ ਕਾਫੀ ਬ੍ਰਿਲੀਅੰਟਲੀ ਪਰਫਾਰਮ ਕੀਤਾ ਹੈ। ਸੋ ਇੰਡਸਟਰੀ ਤੇ ਇਨਫਰਾਸਟ੍ਰਕਚਰ, ਇੰਡੈਕਸ ਆਫ ਇੰਡਸਟਰੀਅਲ ਪ੍ਰੋਡਕਸ਼ਨ IIP, ਇਹ ਬਹੁਤ ਹੀ ਜ਼ਿਆਦਾ ਗਰੋ ਕੀਤਾ ਹੈ ਪਿਛਲੇ ਸਾਲ ਨਾਲ। 2020 ਦੀ ਜੇ ਗੱਲ ਕਰੀਏ ਤਾਂ ਮਾਈਨਸ ਵਿੱਚ ਗਿਆ ਸੀ 15.3%,
पर हुण इहने 2021 ਦੇ ਵਿੱਚ ग्रो ਕੀਤਾ है 17.4%, which is a very important and strong figure. कैपिटल एक्सपेंडिचर इंडियन रेलवेज ਦੇ ਉੱਤੇ ਵਧਾਇਆ ਹੈ। ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਰੋਡ ਕੰਸਟਰਕਸ਼ਨ ਦੀ ਤਾਂ ਉਹਦੇ ਉੱਤੇ ਜਿਹੜਾ ਏਰੀਆ ਹੈ ਉਹਨੂੰ ਇਨਕਰੀਜ਼ ਕੀਤਾ ਹੈ, ਉਹਨੂੰ ਐਕਸਟੈਂਡ ਕੀਤਾ ਹੈ ਕਵਰੇਜ ਨੂੰ। ਉਸ ਤੋਂ ਬਾਅਦ ਜਿਹੜੇ ਲੱਗ ਤੋਂ ਐਲੋਕੇਸ਼ਨ ਹੁੰਦੀ ਹੈ ਬਜਟ ਦੀ ਪੈਸੇ ਦੀ ਉਹ ਵੀ ਇਨਕਰੀਜ਼ ਹੋਈ ਹੈ। net profit to sale ratio of large corporation reached an all time high। ਹੁਣ ਤੱਕ ਦੀ ਇੱਕ RBI ਸਟੱਡੀ ਦੇ ਮੁਤਾਬਿਕ ਪੈਂਡੈਮਿਕ ਦੇ ਵਿੱਚ ਬਹੁਤ ਹੀ ਜ਼ਿਆਦਾ ਆਪਾਂ ਲਾਸ ਦੇ ਵਿੱਚ ਚਲੇ ਗਏ ਸੀ। ਜਿੰਨੀਆਂ ਵੱਡੀਆਂ ਕਾਰਪੋਰੇਸ਼ਨ ਸੀ ਉਹਨਾਂ ਨੇ ਜਿਹੜਾ ਪ੍ਰੋਫਿਟ ਅਰਨ ਕੀਤਾ ਆਪਣੀ ਸੇਲਸ ਚੋਂ ਉਹ ਆਲ ਟਾਈਮ ਹਾਈ ਕਹਿ ਸਕਦੇ ਹੋ। ਕਾਫੀ ਸਮੇਂ ਤੋਂ ਬਾਅਦ ਇੰਨਾ ਸਟਰੋਂਗ ਇੰਨੀ ਗੁੱਡ ਪਰਸੈਂਟੇਜ ਦੇਖਣ ਨੂੰ ਮਿਲੀ ਹੈ। ਸੋ ਉਹ ਹੈ 10.6%। ਦੈਨ ਪ੍ਰੋਡਕਸ਼ਨ ਲਿੰਕਡ ਇਨਸੈਂਟਿਵ ਸਕੀਮ ਇੰਟਰੋਡਿਊਸ ਕੀਤੀ ਹੈ ਜਿਹਦੇ ਅੰਦਰ ਇਨਫਰਾਸਟ੍ਰਕਚਰ ਨੂੰ ਫਿਜ਼ੀਕਲੀ ਡਿਜੀਟਲੀ ਅਲੱਗ-ਅਲੱਗ ਤਰ੍ਹਾਂ ਦੀ ਇੰਪੋਰਟੈਂਟ ਮੈਜਰਸ ਦੇ ਨਾਲ ਇੰਪਰੂਵ ਕੀਤਾ ਗਿਆ, ਇਨਫਰਾਸਟ੍ਰਕਚਰ ਨੂੰ ਸਟਰੋਂਗ ਕੀਤਾ ਗਿਆ। ਸੋ ਇਹ ਤੁਹਾਨੂੰ ਸਕੀਮ ਦਾ ਨਾਮ ਵੀ ਪਤਾ ਹੋਣਾ ਚਾਹੀਦਾ ਹੈ ਕਿ ਇਹ ਕਿਹੜੇ-ਕਿਹੜੇ ਏਰੀਆਜ਼ ਨੂੰ ਟਾਰਗੇਟ ਕਰ ਰਹੀ ਹੈ। ਸੋ ਮੇਨ ਬੂਸਟ ਕਰ ਰਹੀ ਹੈ ਇਨਫਰਾਸਟ੍ਰਕਚਰ ਨੂੰ। So next we'll talk about service sector. So we have seen agriculture sector, industry, ਉਹਨਾਂ ਦੇ ਵਿੱਚ ਕਾਫੀ ਵਧੀਆ ਇੰਪਰੂਵਮੈਂਟ ਹੋਈ ਹੈ। ਪਰ ਹੁਣ ਜਿਹੜਾ ਸਰਵਿਸ ਸੈਕਟਰ ਹੈ ਉਰੇ ਪ੍ਰੀ ਪੈਂਡੈਮਿਕ ਲੈਵਲ ਦੇ ਨਾਲੋਂ ਵੀ ਬਿਲੋ ਰਿਹਾ ਪੁਆਇੰਟ, ਕਿਉਂਕਿ ਮੇਨ ਉਰੇ ਕੀ ਹੁੰਦਾ ਸਰਵਿਸ ਸੈਕਟਰ ਦੇ ਵਿੱਚ ਟ੍ਰੇਡ ਟਰਾਂਸਪੋਰਟੇਸ਼ਨ ਇਹ ਚੀਜ਼ਾਂ ਠੱਪ ਰਹੀਆਂ ਨੇ। ਆਪਾਂ ਨੂੰ ਪਤਾ ਹੈ ਟਰਾਂਸਪੋਰਟੇਸ਼ਨ ਬਿਲਕੁਲ ਬੰਦ ਰਹੀ ਹੈ ਕਿਉਂਕਿ ਲੋਕਡਾਊਨਸ ਲੱਗਦੇ ਰਹੇ ਨੇ ਕੰਟੀਨਿਊਸਲੀ। 에ਅਰ ਟਰਾਂਸਪੋਰਟ ਬਿਲਕੁਲ ਰੱਦ ਰਹੀ ਹੈ। ਸੋ ਇਹ ਚੀਜ਼ਾਂ ਕਰਕੇ ਜਿਹੜਾ ਸਰਵਿਸ ਸੈਕਟਰ ਹੈ ਨੂੰ ਕਾਫੀ ਜ਼ਿਆਦਾ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਹੈ। ਸੋ GVA of service crossed pre-pandemic level in July-September quarter. However, ਜਿਹੜਾ gross value added ਸੀ contact intensive sector ਜਿੱਥੇ contact main ਹੁੰਦਾ ਉਹ ਜਿਹੀਆਂ ਸੈਕਟਰ ਜਿਵੇਂ ਟਰਾਂਸਪੋਰਟੇਸ਼ਨ ਹੋ ਗਈ, ਟ੍ਰੇਡ, ਉਹਨਾਂ ਦਾ ਜਿਹੜਾ ਰੇਟ ਹੈ ਉਹ ਲੋ ਰਿਹਾ ਮੇਨਲੀ ਬਿਲੋ ਪ੍ਰੀ ਪੈਂਡੈਮਿਕ ਲੈਵਲ। ਪਰ ਜੇ ਆਪਾਂ ਓਵਰਆਲ ਗੱਲ ਕਰੀਏ ਇਕੱਲੇ ਕੰਟੈਕਟ ਇੰਟੈਂਸਿਵ ਸੈਕਟਰ ਨੂੰ ਨਹੀਂ ਪੂਰੇ ਸਰਵਿਸ ਸੈਕਟਰ ਨੂੰ ਦੇਖਦੇ ਹੋਏ ਤਾਂ ਐਕਸਪੈਕਟ ਕੀਤਾ ਜਾ ਰਿਹਾ ਕਿ 2021-22 ਦੇ ਵਿੱਚ ਗਰੋ ਕੀਤਾ ਹੈ 8.2%। ਨੈਕਸਟ ਫੋਰਨ ਡਾਇਰੈਕਟ ਇਨਵੈਸਟਮੈਂਟ ਜਿਹੜਾ ਪਹਿਲਾ ਹਾਫ ਹੈ 2021-22 ਦਾ ਉਹਦੇ ਵਿੱਚ ਸਰਵਿਸ ਸੈਕਟਰ ਨੂੰ ਰਿਸੀਵ ਹੋਇਆ ਓਵਰ $16.7 ਬਿਲੀਅਨ। So foreign direct investment accounting for almost 54% of total FDI inflow in India। 54% ਇਹ percentage ਵੀ ਤੁਹਾਨੂੰ as it is ਯਾਦ ਹੋਣੀ ਚਾਹੀਦੀ ਹੈ। Reform ਸਰਕਾਰ ਨੇ ਬਹੁਤ ਸਾਰੀਆਂ ਤਬਦੀਲੀਆਂ ਲਿਆਂਦੀਆਂ। So mainly remove ਕੀਤੀ telecom regulation in IT BPO sector ਤੇ private players ਨੂੰ open ਕੀਤਾ ਕਿ ਉਹ ਆਪਣੀ involvement ਦਿਖਾ ਸਕਣ, ਉਹ ਜ਼ਿਆਦਾ ਤੋਂ ਜ਼ਿਆਦਾ ਇਨਵੈਸਟ ਕਰ ਸਕਣ ਸਪੇਸ ਸੈਕਟਰ ਦੇ ਅੰਦਰ। ਸੋ ਇਸ ਤਰੀਕੇ ਦੇ ਨਾਲ ਕੁਝ ਇੰਪੋਰਟੈਂਟ ਮੇਜਰ ਗਵਰਨਮੈਂਟ ਰਿਫਾਰਮਸ ਆਈਆਂ। ਦੈਨ ਇਫ ਵੀ ਹੈਵ ਟੂ ਟਾਕ ਅਬਾਊਟ ਐਕਸਪੋਰਟ ਤਾਂ ਸਰਵਿਸ ਸੈਕਟਰ ਨੇ ਜੇ ਐਕਸਪੋਰਟ ਦੀ ਗੱਲ ਕਰੀਏ ਤਾਂ ਪ੍ਰੀ ਪੈਂਡੈਮਿਕ ਲੈਵਲ ਨੂੰ ਸਰਪਾਸ ਕੀਤਾ ਹੈ, ਗਰੋ ਕੀਤਾ ਹੈ ਪਹਿਲੇ ਹਾਫ ਦੇ ਅੰਦਰ 2021-22 ਦੇ 21.6% ਦੇ ਨਾਲ। ਦਿਸ ਇਜ਼ ਵੈਰੀ ਇੰਪੋਰਟੈਂਟ ਫਿਗਰ ਟੂ ਰਿਮੈਂਬਰ। ਦੈਨ ਬਹੁਤ ਸਾਰੇ ਸਟਾਰਟਅਪਸ ਖੋਲੇ ਗਏ ਨੇ ਜੋ ਸਰਵਿਸ ਸੈਕਟਰ ਦੇ ਵਿੱਚ ਇੱਕ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਪੋਜ਼ਿਟਿਵ ਚੀਜ਼ ਦੇਖਣ ਨੂੰ ਮਿਲੀ ਹੈ। ਇੰਡੀਆ ਸਟਾਰਟਅਪ ਇਕੋਸਿਸਟਮ ਦੇ ਵਿੱਚ ਜੇ ਆਪਾਂ ਪੂਰੇ ਵਰਲਡ ਦੀ ਗੱਲ ਕਰੀਏ US ਤੇ ਚਾਈਨਾ ਤੋਂ ਬਾਅਦ ਤੀਜੇ ਨੰਬਰ ਤੇ ਆਉਂਦਾ, ਜੋ ਇੰਡੀਆ ਦੇ ਲਈ ਬਹੁਤ ਹੀ ਜ਼ਿਆਦਾ ਇੱਕ ਪੋਜ਼ਿਟਿਵ ਚੀਜ਼ ਹੈ। India has become third largest startup ecosystem in world after US and China। ਨਵੇਂ ਸਟਾਰਟਅਪ ਕਿੰਨੇ ਖੁੱਲੇ ਨੇ? ਸੋ ਨਵੇਂ ਰੈਕੋਗਨਾਈਜ਼ਡ ਸਟਾਰਟਅਪ ਇਨਕਰੀਜ਼ ਹੋਏ ਨੇ 2021-22 ਵਿੱਚ 14,000 ਜੋ ਕਿ 2016-17 ਵਿੱਚ ਸਿਰਫ 733 ਸੀ। ਸੋ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਜ਼ਿਆਦਾ ਮੇਜਰ ਇੱਕ ਕਲਾਈਮ ਕੀਤਾ ਹੈ ਇਸ ਰੇਟ ਨੇ। 44 ਨਵੇਂ ਸਟਾਰਟਅਪ ਜਿਨ੍ਹਾਂ ਨੇ ਯੂਨੀਕॉर्न ਸਟੇਟਸ ਹਾਸਿਲ ਕੀਤਾ ਹੈ 2021 ਵਿੱਚ। This is also very important for exam। Next is social infrastructure and employment ਕਿਵੇਂ ਦੀ ਰਹੀ ਹੈ। ਜੇ ਆਪਾਂ ਰੁਜ਼ਗਾਰ ਦੀ ਗੱਲ ਕਰੀਏ ਤਾਂ ਜਿਵੇਂ ਇਕੋਨਮੀ ਆਰਥਿਕ ਹਾਲਤ ਦੇਸ਼ ਦੀ ਰਿਵਾਈਵ ਹੋਈ ਹੈ ਤਾਂ ਇੰਪਲੋਇਮੈਂਟ ਇੰਡੀਕੇਟਰਸ ਨੇ ਬਾਉਂਸ ਬੈਕ ਕੀਤਾ ਹੈ ਪ੍ਰੀ ਪੈਂਡੈਮਿਕ ਲੈਵਲਸ ਤੋਂ। ਸੋ ਜਦੋਂ ਪੈਂਡੈਮਿਕ ਆਇਆ ਇੱਕਦਮ COVID-19 ਪੈਂਡੈਮਿਕ ਆਇਆ ਤਾਂ ਕਾਫੀ ਜ਼ਿਆਦਾ ਸੈਟਬੈਕ ਦੇਖਣ ਨੂੰ ਮਿਲਿਆ, ਲੋਕਾਂ ਨੂੰ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਪਰ ਹੁਣ ਕਿਤੇ ਨਾ ਕਿਤੇ ਆਪਾਂ ਇਸ ਚੀਜ਼ ਤੋਂ ਉੱਭਰ ਰਹੇ ਹਾਂ, ਬਾਹਰ ਨਿਕਲ ਰਹੇ ਹਾਂ।
As per quarterly periodic labor force survey data up to March 2021, employment in urban sector affected by pandemic has recovered almost to pre-pandemic level। COVID-19 ਪੈਂਡੈਮਿਕ ਆਉਣ ਤੋਂ ਪਹਿਲਾਂ ਜਿਵੇਂ ਦੀ ਸਿਚੁਏਸ਼ਨ ਸੀ, ਹੁਣ ਮੰਨਿਆ ਜਾ ਰਿਹਾ ਵੀ ਮਾਰਚ 2021 ਤੱਕ ਦੁਬਾਰਾ ਤੋਂ ਉਸੇ ਤਰ੍ਹਾਂ ਦੀ ਸਿਚੁਏਸ਼ਨ ਹੈ ਅਰਬਨ ਸੈਕਟਰ ਦੇ ਅੰਦਰ। ਤੇ ਜੇ ਆਪਾਂ EPFO ਡੇਟਾ ਦੇ ਅਨੁਸਾਰ ਗੱਲ ਕਰੀਏ, ਇੰਪਲੋਇਜ਼ ਪ੍ਰੋਵੀਡੈਂਟ ਫੰਡ ਆਰਗੇਨਾਈਜੇਸ਼ਨ ਦਾ ਇੱਕ ਡੇਟਾ ਰਿਲੀਜ਼ ਹੋਇਆ ਹੈ, ਉਹਦੇ ਮੁਤਾਬਿਕ ਜਿਹੜੀ ਜੌਬਸ ਦੀ ਫਾਰਮਲਾਈਜੇਸ਼ਨ ਹੈ ਉਹ ਜਦੋਂ ਕੋਵਿਡ ਦੀ ਸੈਕਿੰਡ ਵੇਵ ਆਈ ਤਾਂ ਉਦੋਂ ਉਸੇ ਤਰ੍ਹਾਂ ਚੱਲਦੀ ਰਹੀ। ਜਿਹੜੀ ਪਹਿਲੀ ਵੇਵ ਆਈ ਸੀ ਉਦੋਂ ਜੌਬਸ ਦੇ ਉੱਤੇ ਜ਼ਿਆਦਾ ਅਸਰ ਪਿਆ ਸੀ, ਪਰ ਦੂਜੀ ਵੇਵ ਦੇ ਵਿੱਚ ਘੱਟ ਅਸਰ ਪਿਆ। ਸੋਸ਼ਲ ਇਨਫਰਾਸਟ੍ਰਕਚਰ, ਹੈਲਥ ਹੋ ਗਿਆ, ਪੜ੍ਹਾਈ ਹੋ ਗਿਆ, ਜਿਹੜੀ ਇਸ ਤਰ੍ਹਾਂ ਦੀ ਚੀਜ਼ਾਂ ਨੇ, ਇਹਨਾਂ ਉੱਤੇ ਜਿਹੜਾ ਖਰਚਾ ਹੈ, ਐਕਸਪੈਂਡੀਚਰ ਹੈ, ਉਹ ਵੀ ਇਨਕਰੀਜ਼ ਹੋਇਆ। ਜੇ ਆਪਾਂ GDP ਪਰਸੈਂਟੇਜ ਦੀ ਗੱਲ ਕਰੀਏ ਤਾਂ 2014-15 ਵਿੱਚ 6.2 ਸੀ, ਜੋ ਹੁਣ ਵੱਧ ਕੇ ਬਜਟ ਐਸਟੀਮੇਟ ਦੇ ਅਨੁਸਾਰ 8.6% ਹੈ 2021-22 ਦਾ। Then National Family Health Survey 5 ਦੇ ਮੁਤਾਬਿਕ total fertility rate, this came down to 2 from 2.2। Then infant mortality rate under 5 ਜਿਨ੍ਹਾਂ ਦੀ ਡੈਥ ਹੁੰਦੀ ਹੈ, mortality rate ਤੇ institutional birth, ਇਹਦੇ ਵਿੱਚ ਕਾਫੀ ਜ਼ਿਆਦਾ ਇੰਪਰੂਵਮੈਂਟ ਦੇਖਣ ਨੂੰ ਮਿਲੀ ਹੈ। ਨੈਕਸਟ ਜਲ ਜੀਵਨ ਮਿਸ਼ਨ ਜੋ ਇੰਪੋਰਟੈਂਟ ਸਕੀਮ ਹੈ ਸੈਂਟਰਲ ਗਵਰਨਮੈਂਟ ਦੀ, ਇਹਦੇ ਅਨੁਸਾਰ 83 ਡਿਸਟ੍ਰਿਕਟਸ ਨੇ, ਜ਼ਿਲ੍ਹੇ ਨੇ, ਜਿਹੜੇ ਹਰ ਘਰ ਜਲ, ਜਿਨ੍ਹਾਂ ਨੇ ਆਪਣੇ ਆਪ ਨੂੰ ਡਿਕਲੇਅਰ ਕੀਤਾ ਹੈ ਹਰ ਘਰ ਦੇ ਵਿੱਚ ਪਾਣੀ ਹੈ। ਇਨਕਰੀਜ਼ਡ ਅਲੋਟਮੈਂਟ ਆਫ ਫੰਡ, ਜਿਹੜੀ ਨਰੇਗਾ ਸਕੀਮ ਹੈ, ਮਹਾਤਮਾ ਗਾਂਧੀ ਨੈਸ਼ਨਲ ਰੂਰਲ ਐਮਪਲੋਇਮੈਂਟ ਗਰੰਟੀ ਸਕੀਮ, ਇਹਦੇ ਵਿੱਚ ਜੋ ਫੰਡ ਸੀ ਉਹਨਾਂ ਦੇ ਵਿੱਚ ਇਨਕਰੀਜ਼ ਹੋਇਆ। ਬਹੁਤ ਸਾਰੇ ਪੈਂਡੈਮਿਕ ਦੇ ਸਮੇਂ ਅਨਆਰਗੇਨਾਈਜ਼ਡ ਲੇਬਰ ਕਲਾਸ ਦੇ ਲੋਕਾਂ ਨੂੰ ਰੈਗੂਲਰ ਕੰਮ ਮਿਲਦਾ ਰਿਹਾ ਹੈ, ਰੈਗੂਲਰ ਉਹਨਾਂ ਤੱਕ ਫੰਡਸ ਵੀ ਪਹੁੰਚਦੇ ਰਹੇ ਨੇ। ਇਨ ਐਡੀਸ਼ਨਲ ਟੂ NHM ਨੈਸ਼ਨਲ ਹੈਲਥ ਮਿਸ਼ਨ ਤੋਂ ਇਲਾਵਾ ਯੂਨੀਅਨ ਬਜਟ 21-22 ਨੇ ਅਨਾਉਂਸ ਕੀਤਾ ਸੀ ਆਯੁਸ਼ਮਾਨ ਭਾਰਤ ਹੈਲਥ ਇਨਫਰਾਸਟ੍ਰਕਚਰ ਮਿਸ਼ਨ, ਇੱਕ ਨਵੀਂ ਸੈਂਟਰਲੀ ਸਪਾਂਸਰਡ ਸਕੀਮ, ਤੇ ਇਹ ਵੀ ਬਹੁਤ ਹੀ ਜ਼ਿਆਦਾ ਸਹੀ ਤਰੀਕੇ ਦੇ ਨਾਲ ਕੰਮ ਕਰ ਰਹੀ ਹੈ ਟੂ ਡਿਵੈਲਪ capabilities of primary, secondary, tertiary health care system, strengthen existing national institution, create new institution to cater to detection, cure of new and emerging disease। So national health mission ਦੇ ਨਾਲ ਹੁਣ ਜਿਹੜੀ ਇੱਕ ਹੋਰ ਮਿਸ਼ਨ ਇੰਪੋਰਟੈਂਟ ਸਕੀਮ ਕੰਮ ਕਰ ਰਹੀ ਹੈ ਉਹ ਹੈ ਆਯੁਸ਼ਮਾਨ ਭਾਰਤ ਹੈਲਥ ਇਨਫਰਾਸਟ੍ਰਕਚਰ ਸਕੀਮ। ਜੇ ਆਪਾਂ ਕੋਵਿਡ ਵੈਕਸੀਨ ਦੀ ਗੱਲ ਕਰੀਏ ਤਾਂ ਇੰਡੀਆ ਉਹਨਾਂ ਕੁਝ ਚੁਣੀਆਂ ਹੋਈਆਂ ਕੰਟਰੀਜ਼ ਦੇ ਵਿੱਚੋਂ ਹੈ ਜਿਨ੍ਹਾਂ ਨੇ ਕੋਵਿਡ ਵੈਕਸੀਨ ਖੁਦ ਪ੍ਰੋਡਿਊਸ ਕੀਤੀਆਂ ਨੇ। ਸੋ ਇੰਡੀਆ ਇਜ਼ ਅਮੰਗ the few countries producing COVID vaccine. The country started with 2 made in India COVID vaccine in line with India's vision of Atmanirbhar Bharat. So self-reliant India ਦੀ ਜਿਹੜੀ ਆਪਾਂ ਨੇ ਗੱਲ ਕੀਤੀ ਸੀ ਉਹਦੇ ਅੰਤਰਗਤ ਹੀ ਇੰਡੀਆ ਨੇ ਖੁਦ ਇੰਡੀਜੀਨੀਅਸਲੀ COVID-19 ਵੈਕਸੀਨ ਬਣਾਈਆਂ। ਇੰਡੀਆ ਦੀ ਪਹਿਲੀ ਡੋਮੈਸਟਿਕ COVID-19 ਵੈਕਸੀਨ ਕੋਵੈਕਸੀਨ, ਤੇ ਇਹ ਕੋਵੈਕਸੀਨ ਦੀ ਫੁੱਲ ਫਾਰਮ ਬਹੁਤ ਜ਼ਿਆਦਾ ਇੰਪੋਰਟੈਂਟ ਐਗਜ਼ਾਮ ਦੇ ਲਈ whole virion inactivated coronavirus vaccine was developed and manufactured by Bharat Biotech International Limited ਤੇ ਇਹਨਾਂ ਨੇ ICMR ਦੇ ਨਾਲ collaborate ਕਰਕੇ manufacture ਕੀਤੀ, develop ਕੀਤੀ। So covaxin very important, ਤੁਹਾਨੂੰ ICMR ਬਾਰੇ ਪੁੱਛਿਆ ਜਾ ਸਕਦਾ ਹੈ। National Institute of Virology ICMR ਦੇ ਨੇ, ਕਿਹਦੇ ਨਾਲ ਮਿਲ ਕੇ? ਭਾਰਤ ਬਾਇਓਟੈਕ ਇੰਟਰਨੈਸ਼ਨਲ ਲਿਮਿਟਿਡ। ਸੋ ਇਹ ਦੋ ਨਾਮ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਜਿਹੜੀ ਵੈਕਸੀਨ ਦੀ ਪ੍ਰੋਗਰੈਸ ਹੈ ਇਹਨੂੰ ਸਿਰਫ ਆਪਾਂ ਹੈਲਥ ਰਿਸਪੌਂਸ ਇੰਡੀਕੇਟਰ ਦੇ ਵਿੱਚ ਨਹੀਂ ਦੇਖ ਸਕਦੇ, ਇਹਨੇ ਪੈਂਡੈਮਿਕ ਦੇ ਟਾਈਮ ਇਕਨੋਮਿਕ ਡਿਸਰਪਸ਼ਨ ਨੂੰ ਦੂਰ ਕਰਨ ਦੇ ਲਈ ਵੀ ਬਹੁਤ ਜ਼ਿਆਦਾ ਦੇਸ਼ ਦੀ ਮਦਦ ਕੀਤੀ। ਟੌਪ 5 ਸੈਕਟਰ ਜਿਨ੍ਹਾਂ ਦੇ ਅੰਦਰ ਜੇ ਆਪਾਂ ਪਾਈਪਲਾਈਨ ਦੀ ਗੱਲ ਕਰੀਏ 83% ਪਾਈਪਲਾਈਨ ਵੈਲਿਊ ਐਡ ਹੋਈ ਹੈ, ਉਹ ਹੈ ਰੋਡਸ, then railway, power, oil and gas pipeline and telecom। So ਇਹ top 5 sectors ਵੀ ਤੁਹਾਨੂੰ ਇਸੇ ਤਰ੍ਹਾਂ directly exam ਵਿੱਚ ਆ ਸਕਦੇ ਨੇ, ascending order ਵਿੱਚ ਆ ਸਕਦੇ ਨੇ, descending order ਵਿੱਚ ਆ ਸਕਦੇ ਨੇ। So this was all about our today's important lecture. In next lecture I'll be taking up union budget। Also ਆਪਾਂ economic survey ਤੇ budget ਦੇ important MCQs ਵੀ cover ਕਰਾਂਗੇ, ਜਿਹਦੇ ਨਾਲ ਤੁਹਾਡਾ ਇੱਕ ਬਹੁਤ important major portion ਆਉਣ ਵਾਲੇ ਸਾਰੇ ਐਗਜ਼ਾਮਸ ਦੇ ਲਈ ਕਵਰ ਹੋ ਜਾਊਗਾ। ਆਲਸੋ ਜਿਹੜੀ ਇਹਦੀ PDFs ਨੇ ਇਹ ਸਾਰੇ ਲੈਕਚਰਸ ਦੀਆਂ ਇਹ ਮੇਰੇ ਟੈਲੀਗ੍ਰਾਮ ਗਰੁੱਪ ਦੇ ਵਿੱਚ ਨੇ, ਜਿਹਦੇ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਹੈ। ਸੋ ਯੂ ਕੈਨ ਗੈਟ ਇਟ ਫਰੋਮ देयर ਐਂਡ ਜੁਆਇਨ ਟੈਲੀਗ੍ਰਾਮ ਗਰੁੱਪ। ਥੈਂਕ ਯੂ ਐਂਡ ਗੁੱਡ ਲੱਕ।